ਫੇਸਬੁੱਕ ਪਲੇਟਫਾਰਮ ਤੇ ਹੋਰ ਬਾਕੀ ਪਲੇਟਫਾਰਮਾਂ ਤੇ ਜਿਹੜੇ ਵੀ ਮੇਰੇ ਸੱਜਣ ਮਿੱਤਰ ਸਗੇ ਸੰਬੰਧੀ ਇਹ ਕਨਵਰਸੇਸ਼ਨ ਸੰਵਾਦ ਸੁਣ ਰਿਹਾ, ਸਾਰਿਆਂ ਨੂੰ ਜੀ ਆਏ ਨੂੰ। ਮੇਰੇ ਨਾਲ ਇੱਕ ਮੇਰੇ ਮਿੱਤਰ ਹੈਗੇ ਆ, ਫੇਸਬੁੱਕ ਮਿੱਤਰ ਹੈਗੇ ਆ, ਉਹਨਾਂ ਦਾ ਨਾਮ ਹੈਗਾ ਆਸ਼ੀਸ਼ ਠਾਕੁਰ ਜੀ। ਉਹ ਫੇਸਬੁੱਕ ਤੇ ਵਿਚਰਦੇ ਵਿਚਰਦੇ ਇਹਨਾਂ ਨਾਲ ਮੁਲਾਕਾਤ ਹੋਈ ਤੇ ਸਾਡਾ, ਕਿਉਂਕਿ ਅਸੀਂ ਫੇਸਬੁੱਕ ਤੇ ਜੁੜੇ ਹੋਏ ਹਾਂ, ਉਹ ਲੋਕਾਂ ਦੇ ਨਾਲ ਸਾਡਾ ਦੋਹਰਾ ਪਰਪਸ ਆ। ਇੱਕ ਤਾਂ ਜਿਹੜਾ ਫੇਸਬੁੱਕ ਆਮ ਆਦਮੀ ਜੁੜਦਾ ਹੈਗਾ ਇੱਕ ਦੂਜੇ ਨਾਲ ਜੁੜਨ ਵਾਸਤੇ, ਆਪਣੇ ਸ਼ੇਅਰ ਕਰਨ ਵਾਸਤੇ ਜੁੜਦਾ ਹੈਗਾ। ਸਾਡਾ ਪਰਪਸ ਉਹਦੇ ਨਾਲ ਇੱਕ ਹੋਰ ਵੀ ਆ। ਅਸੀਂ ਇੱਕ ਮਿਸ਼ਨ ਨੂੰ ਲੈ ਕੇ ਚੱਲੇ ਹਾਂ। ਸਾਡੇ ਪੂਰਵਜਾਂ ਦੇ ਨਾਲ ਹਜ਼ਾਰਾਂ ਸਾਲਾਂ ਤੱਕ ਜਿਹੜੀ ਜਾਤੀਆਂ ਹੋਈਆਂ ਹੈਗੀਆਂ, ਉਹ ਦੁਨੀਆ ਨੂੰ ਦੱਸਣਾ ਚਾਹੁੰਦੇ ਹੈਗੇ ਆ। ਤੇ ਉਹ ਜਾਤੀਆਂ ਹੋਈਆਂ ਨਹੀਂ ਤੇ ਅੱਜ ਵੀ ਹੋ ਰਹੀਆਂ ਹੈਗੀਆਂ। ਪਰ ਇਹ ਹੈ ਵੀ ਕਿਉਂ ਸਾਡੇ ਕੋਲੇ ਕੋਈ ਪਲੇਟਫਾਰਮ ਨਹੀਂ ਹੈ, ਨਾ ਕੋਈ ਸਾਡੇ ਕੋਲੇ ਮੀਡੀਆ ਹੈਗਾ, ਤੇ ਜਿਹੜਾ ਵੀ ਮੀਡੀਆ ਹੈਗਾ ਉਹ ਸਾਡੀ ਕੋਈ ਗੱਲ ਨਹੀਂ ਕਰਦਾ ਹੈਗਾ। ਤੇ ਇਸ ਕਰਕੇ ਚਲੋ ਇਹ ਇੱਕ ਆਪਣੇ ਬਾਕੀ ਕੰਮਾਂ ਦੇ ਵਿੱਚੋਂ ਥੋੜ੍ਹਾ ਬਹੁਤਾ ਕੰਮ ਕੱਢ ਕੇ ਇਹ ਕੰਮ ਅਸੀਂ ਫੜਿਆ ਹੈਗਾ ਕਿ ਦੁਨੀਆ ਨੂੰ ਦੱਸ ਸਕੀਏ ਵੀ ਸਾਡੇ ਨਾਲ ਇੰਨਾ ਹਜ਼ਾਰਾਂ ਸਾਲਾਂ ਤੱਕ ਹੋਇਆ ਤੇ ਹੁਣ ਵੀ ਹੋ ਰਿਹਾ, ਇਹ ਕਦੋਂ ਰੁਕੂਗਾ। ਤੇ ਜਿਹੜੇ ਮੇਰਾ ਹੁਣ ਜਿਹੜਾ ਸੰਵਾਦ ਹੈਗਾ ਆਸ਼ੀਸ਼ ਨਾਲ, ਮੈਨੂੰ ਆਸ਼ੀਸ਼ ਦੇ ਨਾਲ ਨਾ ਤਾਂ ਮੈਂ ਉਹਨਾਂ ਨੂੰ ਹਰਾਣਾ ਹੈਗਾ ਸੰਵਾਦ ਦੇ ਅੰਦਰ। ਬਸ ਇਹ ਆ ਵੀ ਉਹ ਜਿਹੜੇ ਫਲਸਫੇ ਨੂੰ ਲੈ ਕੇ ਚੱਲ ਰਹੇ ਹੈਗੇ ਆ, ਮੇਰਾ ਪਰਪਸ ਆ ਉਹਨਾਂ ਨੂੰ ਸਮਝਾਉਣਾ ਤੇ ਉਹਨਾਂ ਨੂੰ ਦੱਸਣਾ ਵੀ ਦੇਖੋ ਵੀ ਜਿਹੜਾ ਫਲਸਫੇ ਦੇ ਨਾਲ ਤੁਸੀਂ ਜੁੜੇ ਹੋ, ਉਸ ਫਲਸਫੇ ਦੇ ਨਾਲ ਸਾਡੇ ਪੂਰਵਜਾਂ ਨੂੰ ਕਿੰਨੇ ਤਸ਼ੱਦਦ ਸਹਿਣੇ ਪਏ ਤੇ ਹੁਣ ਵੀ ਸਹਿ ਰਹੇ ਆ, ਤੇ ਇਹ ਕਦੋਂ ਤੱਕ ਚੱਲਦਾ ਰਹੂਗਾ। ਮੇਰੇ ਸੰਵਾਦ ਰਚਾਉਣ ਦਾ ਇੱਕ ਬੇਸਿਕ ਪਰਪਸ ਤਾਂ ਇਹੀ ਆ। ਤੇ ਅੱਗੇ ਹੁਣ ਮੈਂ ਆਸ਼ੀਸ਼ ਜੀ ਨੂੰ ਇਨਵਾਈਟ ਕਰਦਾ ਹੈਗਾ ਕਿ ਉਹ ਆਪਣਾ ਇੰਟਰੋਡਕਟਰੀ ਸਪੀਚ ਦੇਣ, ਦੱਸਣ ਵੀ ਉਹਨਾਂ ਦਾ ਮੰਤਵ, ਮੇਰੇ ਨਾਲ ਸੰਵਾਦ ਰਚਾਉਣ ਦਾ ਮੰਤਵ ਕੀ ਆ। ਹਾਂਜੀ ਆਸ਼ੀਸ਼ ਜੀ, ਤੁਸੀਂ ਕੈਰੀਅਰ ਕਰ ਸਕਦੇ ਹੋ। ਹਾਂਜੀ, ਨਮਸਤੇ ਦੋਸਤੋ, ਜੈ ਸ਼੍ਰੀ ਰਾਮ, ਜੈ ਹਿੰਦ। ਆਸ਼ੀਸ਼ ਠਾਕੁਰ ਤੁਹਾਡੇ ਨਾਲ ਜੁੜਿਆ ਰਿਹਾ ਹੋਇਆ ਮੈਂ ਕਾਫੀ ਸਮੇਂ ਤੋਂ, ਤੇ ਆਪਣੇ ਸਨਾਤਨ ਧਰਮ ਦਾ ਪ੍ਰਚਾਰ ਕਰਦਾ ਹਾਂ ਮੈਂ ਆਲਮੋਸਟ ਪੰਜਾਬ ਵਿੱਚ, ਕਿਉਂਕਿ ਮੈਂ ਸੋਚਦਾ ਹਾਂ ਕਿ ਜਿਹੜਾ ਸਾਡੇ ਪੰਜਾਬ ਵਿੱਚ ਆਪਣੇ ਹਿੰਦੂਆਂ ਦਾ ਕਾਫੀ ਨੁਕਸਾਨ ਹੋ ਰਿਹਾ ਵਾ ਸਨਾਤਨ ਧਰਮ, ਚਾਹੇ ਉਹ ਕਿਸੇ ਵਰਗ ਦਾ ਹੋਵੇ, ਵਰਣ ਦਾ ਹੋਵੇ, ਕਿਸੇ ਵੀ ਸੋ ਕੋਲਡ ਜਾਤ ਦਾ ਹੋਵੇ। ਤੇ ਮੈਂ ਰਵਿੰਦਰ ਜੀ ਨੂੰ ਮਿਲਿਆ ਤੇ ਰਵਿੰਦਰ ਜੀ ਨਾਲ ਕੁਛ ਗੱਲਾਂ ਬਾਤਾਂ ਹੋਈਆਂ, ਕੁਛ ਕਿੰਤੂ ਪਰੰਤੂ ਹੋਏ, ਤੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਨਾ ਲਾਈਵ ਆ ਕੇ ਆਪਣੀਆਂ ਗੱਲਾਂ ਰੱਖਾਂਗੇ ਤਾਂ ਕਿ ਲੋਕੀ ਖੁਦ ਡਿਸਾਈਡ ਕਰ ਸਕਣ ਕਿ ਕੀ ਠੀਕ ਹੈ ਕੀ ਗਲਤ ਆ। ਤੇ ਆਹ ਉਹਦਾ ਪਹਿਲਾ ਚਰਨ ਆ। ਇਸ ਤੋਂ ਬਾਅਦ ਹੋ ਸਕਦਾ ਵਾ ਕਈ ਹੋਰ ਵੀ ਸਾਡੇ ਲਾਈਵ ਆਉਣ, ਕਈ ਹੋਰ ਟੌਪਿਕਸ ਆਉਣ। ਤੇ ਅੱਜ ਦੇ ਜਿਹੜੇ ਟੌਪਿਕ ਹੈਗੇ ਆ ਉਹ ਦੋ ਹੈਗੇ ਆ ਕਿ ਪਹਿਲਾ ਜਿਹੜਾ ਰਵਿੰਦਰ ਜੀ ਲਊਗੇ ਟੌਪਿਕ, ਉਹਦਾ ਸਵਾਲ ਹੈਗਾ ਵਾ ਕਿ ਵੇਦ ਪੁਰਸ਼ੀਏ ਹੈਗੇ ਆ ਕਿ ਅਪੁਰਸ਼ੀਏ ਹੈਗੇ ਆ, ਕਿ ਉਹ ਈਸ਼ਵਰ ਵੱਲੋਂ ਦਿੱਤੇ ਗਏ ਆ ਕਿ ਇਨਸਾਨ ਵੱਲੋਂ ਹੈਗੇ ਆ। ਇਹਨਾਂ ਦਾ ਮੇਨ ਆਹ ਆ ਜਿਹੜਾ ਸਵਾਲ ਮੇਰੇ ਲਈ ਹੋਊਗਾ। ਮੇਰਾ ਸਵਾਲ ਇਹਨਾਂ ਦੇ ਲਈ ਹੈਗਾ ਵਾ ਕਿ ਜਿਹੜੀ ਦਿੱਤ ਸਿੰਘ ਜੀ ਨੇ ਕਿਤਾਬ ਲਿਖੀ ਆ ਸਾਧੂ ਦਇਆਨੰਦ ਨਾਲ ਮੇਰਾ ਸੰਵਾਦ, ਕਿ ਉਹ ਪੁਸਤਕ ਪੂਰੀ ਤਰ੍ਹਾਂ ਨਾਲ ਆਥੈਂਟਿਕ ਆ ਕਿ ਆਥੈਂਟਿਕ ਨਹੀਂ ਹੈਗੀ, ਕਿ ਉਹਦੇ ਵਿੱਚ ਕੀ ਤਰੁੱਟੀਆਂ ਹੈਗੀਆਂ ਵਾ, ਉਹਨਾਂ ਤੇ ਗੱਲ ਕਰੂੰ। ਤੇ ਇਸ ਤੋਂ ਬਾਅਦ ਹੋ ਸਕਦਾ ਵਾ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੀ ਜਿਹੜੀ ਜਾਤੀ ਪ੍ਰਥਾ ਤੇ ਸਾਡੀਆਂ ਆਪਸ ਵਿੱਚ ਗੱਲਾਂ ਹੋਣ। ਹੈਲੋ, ਆਵਾਜ਼ ਨਹੀਂ ਆ ਰਹੀ। ਹਾਂਜੀ, ਵਿੱਚ ਮੈਨੂੰ ਫੋਨ ਆ ਗਿਆ ਸੀ, ਸੋਰੀ। ਸਾਡੇ ਹੋ ਸਕਦਾ ਵਾ ਆਉਣ ਵਾਲੇ ਸਮੇਂ ਵਿੱਚ ਕਿ ਜਾਤੀ ਪ੍ਰਥਾ ਤੇ ਸਾਡੇ ਇਤਿਹਾਸ ਤੇ ਸਾਡੀਆਂ ਕਰੰਟ ਸਿਚੁਏਸ਼ਨ ਤੇ ਗੱਲਾਂ ਹੋਣ। ਤਾਂ ਇਹਦਾ ਪਹਿਲਾ ਚਰਨ ਆ ਆਹ, ਤੇ ਮੈਂ ਬਹੁਤ ਆਭਾਰੀ ਹਾਂ ਰਵਿੰਦਰ ਜੀ ਦਾ, ਉਹਨਾਂ ਨੇ ਆਪਣਾ ਸਮਾਂ ਕੱਢਿਆ। ਤੇ ਪਹਿਲੇ ਤਾਂ ਫੇਸਬੁੱਕ ਤੇ ਲਾਈਵ ਹੀ ਨਹੀਂ ਹੋ ਪਾ ਰਹੇ ਸੀਗੇ ਅਸੀਂ, ਹੁਣ ਅਸੀਂ ਹੋਰ ਪਲੇਟਫਾਰਮ ਤੇ ਲਾਈਵ ਹੋਏ ਆ, ਇੱਥੇ ਰਿਕਾਰਡ ਕਰਕੇ ਅੱਗੇ ਪਾਵਾਂਗੇ। ਤੇ ਹੋ ਸਕਦਾ ਫਿਊਚਰ ਸਾਨੂੰ ਕੋਈ ਵਧੀਆ ਬੰਦਾ ਕੋਈ ਦੱਸ ਦੇਵੇ ਕਿ ਕਿੱਦਾਂ ਅਸੀਂ ਲਾਈਵ ਹੋ ਕੇ ਗੱਲ ਕਰ ਸਕਦੇ ਹਾਂ।
ਤੇ ਮੈਂ ਹੁਣ ਰਵਿੰਦਰ ਜੀ ਨੂੰ ਕਹਿੰਦਾ ਹੈ ਕਿ ਉਹ ਆਪਣਾ ਕੁਐਸਚਨ ਰੱਖਣ, ਜਿੱਦਾਂ ਵੀ ਉਹਨਾਂ ਨੇ ਜਿਹੜੇ ਹਿਸਾਬ ਨਾਲ ਵੀ ਰੱਖਣਾ ਆ, ਤੇ ਉਹਨਾਂ ਦੀ ਕੀ ਸੋਚ ਆ ਉਸ ਕੁਐਸਚਨ ਪਿੱਛੇ, ਤੇ ਫਿਰ ਅਸੀਂ ਉੱਥੋਂ ਦੀ ਗੱਲ ਵਧਾਵਾਂਗੇ। ਤੇ ਸਾਡਾ 1 ਘੰਟੇ ਦਾ ਸ਼ਾਸਤਰਾਰਥ ਹੋਊਗਾ, ਸ਼ਾਸਤਰਾਰਥ ਕਹਿ ਲਓ ਜਾਂ ਵਾਦ ਵਿਵਾਦ ਡਿਬੇਟ ਕਰ ਸੰਵਾਦ। ਹਾਂਜੀ, ਆ ਜਿਹੜਾ ਸੰਵਾਦ ਆ ਉਹਦੇ 10-10 ਮਿੰਟ ਹਰੇਕ ਨੂੰ ਦਿੱਤੇ ਜਾਊ। ਠੀਕ ਹੈ ਜੀ, ਰਵਿੰਦਰ ਜੀ ਤੁਸੀਂ। ਹਾਂਜੀ, ਜਿਵੇਂ ਆਸ਼ੀਸ਼ ਜੀ ਨੇ ਆਪਣਾ ਇੰਟਰੋਡਕਸ਼ਨ ਸਪੀਚ ਦਿੱਤੀ, ਕਾਫੀ ਸਾਰੇ ਉਹਨਾਂ ਨੇ ਆਪਣੀ ਗੱਲਾਂ ਰੱਖੀਆਂ, ਤੇ ਜਿਹੜੇ ਸਾਡੇ ਅੱਜ ਦੇ ਸੰਵਾਦ ਦੇ ਜਿਹੜੇ 2 ਟੌਪਿਕ ਹੈਗੇ ਉਹਨਾਂ ਦੀ ਗੱਲ ਕੀਤੀ। ਤੇ ਮੇਰਾ ਉਹਨਾਂ ਤੋਂ ਸਵਾਲ ਹੈ, ਜਿਵੇਂ ਉਹ ਕਹਿੰਦੇ ਵੀ ਜਿਹੜੇ ਵੇਦ ਹੈਗੇ ਆ ਉਹ ਈਸ਼ਵਰ ਕ੍ਰਿਤ ਹੈਗੇ ਆ। ਮੇਰਾ ਪਹਿਲਾ ਸਵਾਲ ਹੈਗਾ ਕਿ ਈਸ਼ਵਰ, ਜਿਹੜਾ ਵਰਡ ਈਸ਼ਵਰ ਹੈਗਾ, ਈਸ਼ਵਰ ਇਹ ਜਿਹੜਾ ਸ਼ਬਦ ਆ ਇਹਨੂੰ ਉਹ ਸੰਧੀ ਵਿਛੇਦ ਕਰਨ, ਸੰਧੀ ਵਿਛੇਦ ਕਰਕੇ ਈਸ਼ਵਰ ਦਾ ਭਾਵਾਰਥ ਉਹ ਦੱਸਣ, ਠੀਕ ਤਾਂ ਹੈ ਕਿ ਆਪਾਂ ਅਗਲੇ ਚਰਨ ਤੇ ਜਾਈਏ। ਅਗਲੇ ਜੀ, ਸਵਾਲ ਤੇ ਮੈਂ ਜਾਣਾ ਜੀ। ਠੀਕ ਹੈ ਜੀ। ਹਾਂਜੀ, ਇੱਥੇ ਮੈਂ ਸਭ ਤੋਂ ਪਹਿਲਾਂ ਤਾਂ ਗੱਲ ਕਰਨਾ ਚਾਹੂੰਗਾ। ਤੁਸੀਂ ਕਿਹਾ ਕਿ ਈਸ਼ਵਰ ਕ੍ਰਿਤ ਹੈਗੇ ਆ, ਆਹ ਜਿੱਦਾਂ ਵੇਦ ਹੈਗੇ ਆ। ਪਹਿਲੇ ਤਾਂ ਮੈਂ ਇੱਥੋਂ ਹੀ ਗੱਲ ਥੋੜੀ ਜੀ ਕਲੀਅਰ ਕਰਨਾ ਚਾਹੁੰਦਾ ਵਾਂ। ਅਸੀਂ ਇਹਨਾਂ ਨੂੰ ਈਸ਼ਵਰ ਕ੍ਰਿਤ ਨਹੀਂ ਮੰਨਦੇ, ਅਸੀਂ ਇਹਨਾਂ ਨੂੰ ਈਸ਼ਵਰ ਦਾ ਗਿਆਨ ਮੰਨਦੇ ਆ, ਜਿਹੜਾ ਕਿ ਸਾਡੇ ਲੋਕਾਂ ਨੂੰ ਮਿਲਿਆ ਆ। ਸਾਡੇ 4 ਰਿਸ਼ਤੇ ਮਿਲਿਆ ਸੀਗਾ, ਅਗਨੀ, ਅਦਿੱਤੇ, ਵਾਯੂ ਤੇ ਅੰਗੀਰਾ ਜੀ। ਪੁਰਾਣੇ ਸਮੇਂ ਵਿੱਚ ਜਿਹੜੇ ਸਭ ਤੋਂ ਪਹਿਲੇ ਸਾਡੇ ਰਿਸ਼ੀ ਹੋਏ ਆ, ਜਿਹਨਾਂ ਨੂੰ ਅਸੀਂ ਰਿਸ਼ੀ ਮੰਨਦੇ ਆ, ਉਹਨਾਂ ਨੂੰ ਮਿਲਿਆ ਆ। ਤੇ ਦੂਸਰੀ ਗੱਲ, ਹੁਣ ਈਸ਼ਵਰ ਕੌਣ ਆ? ਈਸ਼ਵਰ ਦੀ ਕੋਈ, ਮੈਂ ਜੇ ਕਹਾਂ ਕਿ ਕੋਈ ਰੰਗ ਰੂਪ, ਕੋਈ ਜਾਤ, ਕੋਈ ਲਿੰਗ, ਕੁਛ ਵੀ ਇੱਦਾਂ ਦਾ, ਉਹ ਮੈਨੂੰ ਨਹੀਂ ਪਤਾ, ਨਹੀਂ ਹੈਗਾ, ਕਿਉਂਕਿ ਉਹ ਹੋ ਨਹੀਂ ਸਕਦਾ, ਉਹ ਆ ਸਭ ਚੀਜ਼ਾਂ ਤੋਂ ਪਰੇ ਆ। ਤੇ ਈਸ਼ਵਰ ਨੂੰ ਮੈਂ ਜਿਹੜੀ ਚੀਜ਼ 'ਚ ਮੰਨਦਾ ਵਾਂ, ਉਹ ਆਹੀ ਆ ਕਿ ਉਹ ਬਿਨਾਂ ਆਕਾਰ ਦਾ, ਬਿਨਾਂ ਰੰਗ ਰੂਪ ਦਾ, ਬਿਨਾਂ ਕਿਸੇ ਲਿੰਗ ਦਾ, ਉਹਦਾ ਕੋਈ ਲਿੰਗ ਨਹੀਂ ਹੈਗਾ। ਉਹਦੇ ਨਾਲ ਹੀ ਜਾਣਿਆ ਜਾ ਸਕਦਾ ਆ, ਕਿ ਜਿਹਦੇ ਤੋਂ ਅਸੀਂ ਜਿਹਨੂੰ ਕਹਿ ਸਕਦੇ ਹਾਂ, ਚਾਹੇ ਤੁਸੀਂ ਵਾਹਿਗੁਰੂ ਕਹੋ, ਚਾਹੇ ਉਹਨੂੰ ਤੁਸੀਂ ਆਪਣਾ ਹੋਰ ਕੋਈ ਵੀ ਨਾਮ ਲੈ ਲਓ, ਚਾਹੇ ਗੋਡ ਕਹਿ ਲਓ। ਪਰ ਆਹ ਆ ਕਿ ਉਹਦਾ, ਮੈਂ ਜੇ ਤੁਹਾਨੂੰ ਕਹਾਂ ਕਿ ਈਸ਼ਵਰ ਓਦਾਂ ਦਿਖਦਾ ਵਾ, ਮੇਰੇ ਵਰਗਾ ਦਿਖਦਾ ਆ, ਜਾਂ ਕਿਸੇ ਵਰਗਾ, ਜਾਂ ਕਈ ਲੋਕਾਂ ਦੀ ਫਿਲੋਸਫੀ ਹੈਗੀ ਆ, ਜਿੱਦਾਂ ਓਸ਼ੋ ਦੂਸਰੇ 'ਚ ਬ੍ਰਹਮ ਕਹਿੰਦਾ ਆ, ਉਹ ਮੈਂ ਨਹੀਂ ਮੰਨਦਾ। ਮੇਰੇ ਹਿਸਾਬ ਨਾਲ ਈਸ਼ਵਰ ਜਿਹੜਾ ਹੈਗਾ ਵਾ, ਈਸ਼ਵਰ ਦਾ ਨਾਮ ਓਮ ਹੈਗਾ ਆ, ਤੇ ਬਾਕੀ ਵੀ ਤੇ ਬਹੁਤ ਸਾਰੇ ਨਾਮ ਹੈਗੇ ਆ ਉਹਦੇ ਗੁਣਾਂ ਦੇ ਹਿਸਾਬ ਨਾਲ। ਤੇ ਮੈਨੂੰ ਲੱਗਦਾ ਵਾ ਕਿ ਆਨਸਰ ਜਿਹੜਾ ਹੈਗਾ ਆ ਤੁਹਾਨੂੰ ਸੈਟੀਸਫਾਈ ਕੀਤਾ ਹੋਊਗਾ। ਜੇ ਨਹੀਂ ਤਾਂ ਤੁਸੀਂ ਅੱਗੇ ਦੱਸੋ, ਮੈਂ ਤੁਹਾਨੂੰ ਥੋੜਾ ਹੋਰ ਖੋਲ ਕੇ ਦੱਸਦਾ ਵਾਂ। ਨਹੀਂ, ਮੈਂ ਈਸ਼ਵਰ ਦੇ ਬਾਰੇ ਜਾਂ ਈਸ਼ਵਰ ਦੀ ਵਿਆਖਿਆ ਨਹੀਂ, ਚਲੋ ਤੁਸੀਂ ਚੰਗਾ ਕੀਤਾ। ਇਹ ਮੇਰਾ ਦੂਸਰਾ ਸਵਾਲ ਹੋਣਾ ਸੀ, ਤੁਸੀਂ ਜਵਾਬ ਦਿੱਤਾ। ਮੇਰਾ ਹਜੇ ਪਹਿਲਾ ਸਵਾਲ ਇਹ ਹੈ ਵੀ ਈਸ਼ਵਰ ਜਿਹੜਾ ਸ਼ਬਦ ਹੈਗਾ, ਉਹਨੂੰ ਤੁਸੀਂ ਠੀਕ ਹੈ ਜੀ। ਸੰਧੀ ਵਿਛੇਦ, ਉਹਨੂੰ ਉਸੇ ਸੰਧੀ ਵਿਛੇਦ ਕਰੋ। ਜਿਵੇਂ ਆਪਾਂ ਬੋਲਦੇ ਨਾ, ਇੱਕ ਸ਼ਬਦ ਦੇ ਦੋ ਹੋ ਜਾਂਦੇ ਆ, ਜਿਵੇਂ ਵਰਦਾਨ, ਵਰ 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 ਵਰਦਾਨ ਨੂੰ ਜਦੋਂ ਆਪਾਂ ਸੰਧੀ ਇੱਥੇ ਵਿਛੇਦ ਕਰਾਂਗੇ। ਇੱਥੇ ਹੋ ਸਕਦਾ ਵਾ ਕਿ ਸ਼ਾਇਦ ਮੈਂ ਤੁਹਾਡੇ ਉਸ ਸ਼ਬਦ ਨੂੰ ਸਮਝਣ 'ਚ ਗਲਤੀ ਕਰ ਲਈ। ਹੁਣ ਇੱਥੇ ਈਸ਼ਵਰ ਜਿਹੜਾ ਹੈਗਾ ਆ, ਈਸ਼ਵਰ ਅਸੀਂ ਉਸ ਸ਼ਕਤੀ ਨੂੰ ਕਹਿੰਦੇ ਆ ਜਿਹੜੀ ਕਿ ਦੁਨੀਆ ਚਲਾ ਰਹੀ ਆ, ਜਿਹਨੂੰ ਕਿ ਫਿਰ ਉਹੀ ਗੱਲ ਆ ਜਾਣੀ ਆ ਕਿ ਜਿਹਨੂੰ ਅਸੀਂ ਕਿ ਹੁਣ ਇਹਦਾ ਮੈਂ ਇੱਕ ਐਕਚੁਅਲੀ ਨਾ, ਇਹਦਾ ਮੈਂ ਦੂਸਰੇ ਤਰੀਕੇ ਨਾਲ ਦੱਸਦਾ ਤੁਹਾਨੂੰ। ਹੁਣ ਜਿਹੜਾ ਈਸ਼ਵਰ ਆ, ਹੁਣ ਜੇ ਤੁਸੀਂ ਵਰਦਾਨ ਕਿਹਾ ਵਾ, ਨਹੀਂ, ਇੱਕ ਮਿੰਟ, ਹਾਂਜੀ ਮੈਂ ਆਸ਼ੀਸ਼ ਜੀ, ਮੈਂ ਵਿਆਖਿਆ ਤਾਂ ਤੁਸੀਂ ਦੱਸ ਦਿੱਤੀ ਆ। ਮੈਂ ਐਕਚੁਅਲੀ ਫਿਰ ਤੁਸੀਂ ਈਸ਼ਵਰ, ਜਦੋਂ ਆਪਾਂ ਇੱਕ ਸ਼ਬਦ ਦੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਆ, ਤੇ ਉਹ ਤਾਂ ਉਹਦੇ ਲਈ ਤਾਂ ਫਿਰ ਵਿਆਕਰਣ ਜ਼ਰੂਰੀ ਆ। ਹਾਂ, ਕਿ ਮੈਂ ਵਿਆਕਰਣ ਦਾ ਉਹ ਨਹੀਂ ਹੈਗਾ, ਕਿ ਕਿਉਂਕਿ ਨਾ ਤਾਂ ਅੱਜ ਦਾ ਸਾਡਾ ਟੌਪਿਕ ਸੀਗਾ, ਮੈਂ ਤਾਂ ਆਹੀ ਚੀਜ਼ ਤੇ ਟੌਪਿਕ ਤੇ ਤਿਆਰੀ ਕੀਤੀ ਆ ਕਿ ਸਾਡੇ ਉਹ ਪੁਰਸ਼ ਹੈਗੇ ਕਿ ਨਹੀਂ ਹੈਗੇ। ਨਹੀਂ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਜਦੋਂ ਕਿਸੇ ਈਸ਼ਵਰ, ਕਿਉਂਕਿ ਆਪਣਾ ਜਿਹੜਾ ਮੇਨ ਵਰਡ ਹੈ ਇਹਦੇ ਟੌਪਿਕ ਦਾ ਵਰਡ ਹੈਗਾ ਈਸ਼ਵਰ। ਜਦੋਂ ਤੱਕ ਸਾਡੇ ਜਿਹੜੇ ਸੱਜਣ ਮਿੱਤਰ ਹੈਗੇ, ਜਿਹੜੇ ਦੇਖ ਰਹੇ ਆ, ਜਦੋਂ ਤੱਕ ਅਸੀਂ ਈਸ਼ਵਰ ਦੀ ਸੰਧੀ ਵਿਛੇਦ, ਉਹ ਕਦੋਂ ਚੱਲਿਆ ਸੀਗਾ ਵਰਡ? ਦੇਖੋ, ਵਰਡ ਇਹ ਜਿਹੜਾ ਇੱਕ ਨਹੀਂ, ਸ਼ਬਦ ਵਰਡ ਆ, ਤਾਂ ਜਿਹੜਾ ਉਹ ਤਾਂ ਵਿਆਕਰਣ ਤੋਂ ਚੱਲਿਆ ਨਾ। ਉਹ ਜਦੋਂ
ਹੁਣ ਜਦੋਂ ਜਿਹੜਾ ਪਤੰਜਲੀ ਜੀ ਨੇ ਜਿਹੜੀ ਵਿਆਕਰਣ ਜਾਂ ਅਸ਼ਟਾਧਿਆਈ ਲਿਖਿਆ ਵਾ ਜਾਂ ਸਾਰਾ ਕੁਝ, ਉਹ ਤਾਂ ਉਹਦੇ ਤੋਂ ਚੱਲਿਆ ਵਾ ਕਿ ਉਹ ਇੱਕ ਉਹਨਾਂ ਨੇ ਇੱਕ ਨਾਮ ਦੇਣਾ ਸੀਗਾ ਕਿ ਜੀ ਅਸੀਂ ਈਸ਼ਵਰ ਕਹਿੰਦੇ ਆ। ਉਹਨਾਂ ਨੇ ਫਿਰ ਉੱਥੋਂ ਦੀ ਉਹਨਾਂ ਨੇ ਜਿਹੜੀਆਂ ਆਪਣੀਆਂ ਧਾਤੂਆਂ ਦੇ ਨਾਲ ਜਿਹੜਾ ਵੀ ਉਹਨਾਂ ਨੇ ਵਰਡ ਬਣਾਇਆ, ਉੱਥੋਂ ਦੀ ਉਹਨਾਂ ਨੇ ਈਸ਼ਵਰ ਵਰਡ ਚਲਾਇਆ ਵਾ ਕਿ ਕਿੱਥੋਂ ਦੀ। ਜਿੱਦਾਂ ਹੁਣ ਨੋਰਮਲੀ ਭਗਵਾਨ ਯੂਜ਼ ਕਰਦੇ ਆ, ਮੈਂ ਭਗਵਾਨ ਦਾ ਤੁਹਾਨੂੰ ਦੱਸ ਸਕਦਾ ਆ ਕਿ ਜਿਹਦੇ ਵਿੱਚ 6 ਤਰ੍ਹਾਂ ਦੇ ਗੁਣ ਹੋਣ ਕਿ ਉਹ ਉਹਨੂੰ ਅਸੀਂ ਭਗਵਾਨ ਕਹਿੰਦੇ ਆ, ਪਰ ਉਹ 6 ਗੁਣ ਇਨਸਾਨ ਵਿੱਚ ਵੀ ਹੁੰਦੇ ਆ, ਤਾਂ ਅਸੀਂ ਜ਼ਿਆਦਾਤਰ ਇਨਸਾਨਾਂ ਨੂੰ ਵੀ ਭਗਵਾਨ ਕਹਿ ਦਿੰਦੇ ਆ। ਤੇ ਪਰ ਜਿਹੜਾ ਈਸ਼ਵਰ ਆ, ਉਦਾਂ ਅਸੀਂ ਇਨਸਾਨ ਨੂੰ ਵੀ ਕਈ ਵਾਰ ਈਸ਼ਵਰ ਕਹਿ ਦਿੰਦੇ ਆ। ਪਰ ਜਦੋਂ ਫਿਰ ਅਸੀਂ ਉਸ ਬਾਰੇ ਗੱਲ ਕਰਨੀ ਆ ਕਿ ਜਿਹੜਾ ਉਹਦੇ ਤੋਂ ਵੀ ਸੁਪੀਰੀਅਰ ਆ, ਉਹ ਪਰਮੇਸ਼ਵਰ ਹੋ ਜਾਂਦਾ ਵਾ। ਇਹਦਾ ਜਿਹੜੀ ਆਤਮਾ ਆ, ਉਦਾਂ ਉਹਦੇ ਤੋਂ ਉਹ ਜਿਹੜੀ ਸੁਪੀਰੀਅਰ ਹੋ ਰਹੀ ਹੈ ਪਰਮਾਤਮਾ ਉਹਦਾ। ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਐਗਜ਼ੈਕਟ ਜੇ ਉਹਦੀ ਵਿਆਕਰਣ ਪਤਾ ਵਾ, ਮੈਂ ਸੰਸਕ੍ਰਿਤ ਦਾ ਗਿਆਤਾ ਹੈਗਾ ਨਹੀਂ ਕਿ ਜੇ ਮੈਂ ਤੁਹਾਨੂੰ ਮੈਂ ਐਗਰੀ ਕਰਦਾ। ਮੈਂ ਤੁਹਾਡਾ ਕੋਈ ਗਿਆਨ ਟੈਸਟ ਕਰਨ ਨਹੀਂ ਬੈਠਾ ਹੈਗਾ। ਨਹੀਂ ਤੁਸੀਂ ਨਹੀਂ ਮੈਂ ਸਮਝਦਾ ਪਿਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਪਰ ਉਹ ਜਿਹੜੀ ਤੁਸੀਂ ਮੈਨੂੰ ਵਿਆਕਰਣ ਦੇ ਵਿੱਚ ਸੋਚ ਰਹੇ ਆ ਕਿ ਮੈਂ ਤੁਹਾਨੂੰ ਵਿਆਕਰਣ ਦੇ ਵਿੱਚ ਉਹਦਾ ਜਿਹਦਾ ਧਾਤੂਆਂ ਦੱਸ ਦਊਂਗਾ, ਉਹ ਧਾਤੂਆਂ ਮੈਂ ਇਸ ਚੀਜ਼ ਦਾ ਉਹ ਨਹੀਂ ਹੈਗਾ ਨਾ ਹੀ। ਜਦੋਂ ਆਪਾਂ ਭਾਸ਼ਾ ਵਿਗਿਆਨ ਦੀ ਗੱਲ ਕਰਦੇ ਹਾਂ, ਕਿਸੇ ਤੁਸੀਂ ਮੰਨਦੇ ਹੋ ਵੀ ਕਿਸੇ ਸਮੇਂ ਜਦੋਂ ਸ਼ਬਦਾਵਲੀ ਹੋ ਗਈ, ਈਸ਼ਵਰ ਵਰਡ ਸ਼ਬਦਕੋਸ਼ ਦੇ ਵਿੱਚ ਨਹੀਂ ਹੋਣਾ, ਉਹ ਸਮਾਂ ਹੋਣਾ ਜਦੋਂ ਈਸ਼ਵਰ ਜਿਹੜਾ ਹੁਣ ਜੇ ਆਹ ਜਿਹੜਾ ਚੀਜ਼ ਹੈਗੀ ਆ, ਹੁਣ ਆਹ ਤਾਂ ਅਸੀਂ ਸਟਾਰਟ ਕੀਤਾ। ਹੁਣ ਮੈਂ ਜੇ ਤੁਹਾਨੂੰ ਕਹਿ ਦਿੰਦਾ ਕਿ ਈਸ਼ਵਰ ਦੀ ਬਜਾਏ ਜੇ ਮੈਂ ਤੁਹਾਨੂੰ ਕਹਿ ਦਿੰਦਾ ਭਗਵਾਨ ਨੇ ਦਿੱਤੇ ਆ, ਜਾਂ ਮੈਂ ਤੁਹਾਨੂੰ ਕਹਿ ਦਿੰਦਾ ਗੋਡ ਨੇ ਦਿੱਤੇ ਆ ਵੇਦ, ਏਦਾਂ ਉਹ ਤਾਂ ਹੁਣ ਆਪਣੀ ਇੱਕ ਦੱਸਣ ਦੀ ਗੱਲ ਆ ਕਿ ਜਿਹੜਾ ਇੱਕ ਨਿਰਾਕਾਰ ਜਿਹੜੀ ਸ਼ੈ ਹੈਗੀ ਆ, ਇੱਕ ਜਿਹੜੀ ਦੁਨੀਆ ਨੂੰ ਚਲਾ ਰਹੀ ਆ, ਉਹਨੇ ਵੇਦ ਦਾ ਗਿਆਨ ਸਾਡੇ ਵਿੱਚ ਦਿੱਤਾ ਵਾ। ਤੇ ਕਿਸ ਤਰੀਕੇ ਨਾਲ ਦਿੱਤਾ ਵਾ, ਉਹ ਤਾਂ ਇੱਕ ਸਾਡਾ ਕਹਿਣ ਦਾ ਤਰੀਕਾ ਆ। ਤੇ ਹੁਣ ਜੇ ਤੁਸੀਂ ਮੈਨੂੰ ਕਹੋਗੇ ਕਿ ਹਾਂਜੀ ਗੋਡ ਸ਼ਬਦ ਦੱਸ ਕਿੱਥੋਂ ਆਇਆ, ਹੁਣ ਫਿਰ ਉਹ ਮੈਨੂੰ ਜਾਂ ਤਾਂ ਫਿਰ ਉਸ ਚੀਜ਼ ਦਾ ਟੌਪਿਕ ਹੁੰਦਾ ਕਿ ਮੈਂ ਤੁਹਾਨੂੰ ਗੋਡ ਸ਼ਬਦ ਦੱਸ ਸਕਦਾ, ਜਾਂ ਉਹ ਕਿੱਦਾਂ ਬਣਿਆ ਗੋਡ ਸ਼ਬਦ, ਉਹਦੀ ਹਿਸਟਰੀ ਹੁਣ ਮੈਨੂੰ ਨਹੀਂ ਪਤਾ, ਤਾਂ ਫਿਰ ਤਾਂ ਕਰਕੇ ਮੈਂ ਉਹਦੇ ਵਿੱਚ ਤੁਹਾਡੀ ਜ਼ਿਆਦਾ ਮਦਦ ਨਹੀਂ ਕਰ ਸਕਦਾ। ਹਾਂਜੀ ਤੁਹਾਡੀ ਆਵਾਜ਼ ਕੱਟ ਰਹੀ ਆ ਰਵਿੰਦਰ ਜੀ, ਤੁਹਾਡੀ ਆਵਾਜ਼ ਕੱਟ ਰਹੀ ਆ। ਤੁਸੀਂ ਇੱਕ ਜਗ੍ਹਾ ਤੇ ਨਾ ਸਟੇਬਲ ਕਰਕੇ ਕਰੋ, ਨਹੀਂ ਤਾਂ ਨਾ ਆਵਾਜ਼ ਡਿਸਟਰਬੈਂਸ ਆਉਣ ਲੱਗ ਪੈਂਦੀ ਆ। ਐਕਚੁਅਲੀ ਹਾਂਜੀ ਚਲੋ ਹੈਲੋ, ਹੁਣ ਠੀਕ ਆ ਆਵਾਜ਼ ਆ ਰਹੀ ਹੈ? ਹੈਲੋ ਹੁਣ ਆ ਰਹੀ ਹੈ। ਚਲੋ ਜੇ ਤੁਸੀਂ ਈਸ਼ਵਰ ਦੀ ਵਿਆਖਿਆ ਵਧੀਆ ਕੀਤੀ, ਤੇ ਮੈਂ ਵੀ ਉਸ ਵਿਆਖਿਆ ਨਾਲ ਸਹਿਮਤ ਹਾਂ। ਠੀਕ ਹੈ ਵੀ ਜਿਹੜੇ ਕਿ ਈਸ਼ਵਰ ਦਾ ਕੋਈ ਰੰਗ ਰੂਪ ਨਹੀਂ ਆ ਨਾ, ਵੀ ਉਹਨੂੰ ਕੋਈ। ਇੱਥੇ ਹੁਣ ਮੇਰਾ ਇੱਕ ਸਵਾਲ ਆ ਤੁਹਾਡੇ ਤੋਂ, ਕਿਉਂਕਿ ਤੁਸੀਂ ਇੱਕ ਪੁੱਛ ਲਿਆ ਵਾ ਸਵਾਲ, ਮੈਂ ਉਹਦਾ ਜਵਾਬ ਦੇ ਦਿੱਤਾ। ਹਾਂਜੀ ਤੁਸੀਂ ਈਸ਼ਵਰ ਨੂੰ ਕਿੱਦਾਂ ਦੇਖਦੇ ਆ, ਮੇਰਾ ਸਵਾਲ ਆ। ਨਹੀਂ, ਪਹਿਲੀ ਗੱਲ ਤਾਂ ਜਿਹੜਾ ਈਸ਼ਵਰ ਵਰਡ ਹੈ ਨਾ, ਈਸ਼ਵਰ ਸ਼ਬਦ ਨੂੰ ਅਸੀਂ ਮੰਨਦੇ ਹੀ ਨਹੀਂ। ਚਲੋ ਈਸ਼ਵਰ ਨੂੰ ਛੱਡੋ, ਭਗਵਾਨ ਨੂੰ, ਵਾਹਿਗੁਰੂ ਨੂੰ, ਗੋਡ ਨੂੰ, ਜਾਂ ਕਿਸੇ ਨੂੰ ਵੀ ਤੁਸੀਂ ਕਿੱਦਾਂ ਦੇਖਦੇ ਆ? ਜਿਹੜੀ ਵੀ ਉਹ ਸ਼ਕਤੀ ਆ, ਉਹ ਸ਼ਕਤੀ ਨੂੰ ਕਿੱਦਾਂ ਦੇਖਦੇ ਆ, ਕੀ ਸੋਚਦੇ ਹੋ? ਇਹ ਮੈਂ ਗੁਰਬਾਣੀ ਦੇ ਪ੍ਰਮਾਣ ਵੀ ਦੇਣਾ ਚਾਹੂੰਗਾ, ਤੇ ਆਪਣੀ ਮੈਂ ਤਰਕ ਸ਼ਕਤੀ ਜਿਹੜੀ ਮੇਰੇ ਸਮਝ ਅਨੁਸਾਰ ਵੀ ਮੈਂ ਸ਼ੇਅਰ ਕਰਨਾ ਚਾਹੂੰਗਾ। ਹੁਣ ਗੁਰਬਾਣੀ ਕੀ ਕਹਿੰਦੀ, ਜਦੋਂ ਧਰਤੀ ਵਰਤੀ ਕੁਛ ਨਹੀਂ ਸੀਗੀ, ਵੀ ਇੱਕ ਜਿਵੇਂ ਸਾਇੰਸ ਵੀ ਕਹਿੰਦੀ ਆ ਵੀ ਇੱਕ ਧਮਾਕਾ ਹੋਇਆ, ਠੀਕ ਹੈ। ਬਾਣੀ 'ਚ ਵੀ ਇੱਕ ਸ਼ਬਦ ਆ। ਹਾਂ ਬੇਟਾ ਇੱਕ ਮਿੰਟ ਕਿ ਉਸ ਤੋਂ ਬਾਅਦ ਇਹ ਬ੍ਰਹਮਾਂਡ ਦੀ ਰਚਨਾ ਹੋਈ। ਤੁਸੀਂ ਸ਼ਾਇਦ ਮੇਰੇ ਸਵਾਲ ਤੋਂ ਥੋੜਾ ਭਟਕ ਗਏ। ਮੈਂ ਤੁਹਾਨੂੰ ਬਸ ਇੰਨੀ ਗੱਲ ਪੁੱਛੀ ਕਿ ਤੁਸੀਂ ਉਸ ਨੂੰ ਕਿੱਦਾਂ ਦੇਖਦੇ ਆ, ਮਤਲਬ ਉਹਦਾ ਨਾਮ ਹੀ ਨਹੀਂ ਮੈਂ ਲੈ ਰਿਹਾ, ਨਾ ਈਸ਼ਵਰ, ਨਾ ਗੋਡ, ਨਾ ਕੁਛ, ਉਹਨੂੰ ਕਿੱਦਾਂ ਦੇਖਦੇ ਆ ਤੁਸੀਂ? ਮੈਨੂੰ ਬਸ ਇੰਨੀ ਗੱਲ ਉਹ ਇੱਕ ਰਸਾਇਣਿਕ ਕਿਰਿਆ ਹੈਗੀ ਆ।
ਉਹ ਜਿਵੇਂ ਕਹਿੰਦੇ ਨਾ ਪੰਜ ਤੱਤ ਆ। ਮਤਲਬ ਕਿ ਜਿਹੜਾ ਉਹ ਗੋਡ ਹੈਗਾ ਆ, ਜਿਹਨੂੰ ਅਸੀਂ ਇੱਕ ਓਮਕਾਰ ਜਾਂ ਓਮ ਵੀ ਕਹਿੰਦੇ ਆ, ਉਹ ਇੱਕ ਰਸਾਇਣਿਕ ਕਿਰਿਆ ਹੈਗੀ ਆ। ਰਸਾਇਣਿਕ ਕਿਰਿਆ ਹੈਗੀ ਆ, ਉਹ ਪੰਜ ਤੱਤਾਂ ਦਾ ਸੁਮੇਲ ਆ। ਨਾਲ ਕੁਝ ਕੋਈ ਜੋੜ ਰਿਹਾ ਵਾ ਤੀਸਰਾ ਪਰਸਨ, ਦੇਖੋ ਆ ਕੌਣ ਹੈਗਾ ਆ। ਇਹ ਤਾਂ ਜੁੜਨਾ ਨਹੀਂ ਚਾਹੀਦਾ। ਮੇਰੇ ਵਿੱਚੋਂ ਤਾਂ ਨਹੀਂ ਹੈ ਇਹ। ਜਿਸਟਰ, ਫੈਲੋਜਿਸਟਰ, ਇਹ ਤਾਂ ਕੋਈ ਅੰਗਰੇਜ਼ੀ ਦਾ ਨਾਂ ਲੱਗਦਾ। ਨਹੀਂ, ਚਲੋ ਅਸੀਂ ਗੱਲ ਆਪਣੀ ਸ਼ੁਰੂ ਰੱਖਦੇ ਹਾਂ। ਤੇ ਤੁਸੀਂ ਈਸ਼ਵਰ ਨੂੰ ਪੰਜ ਤੱਤਾਂ ਦਾ ਮੰਨਦੇ ਪਏ ਹੋ। ਪੰਜ ਤੱਤ ਆ, ਤੇ ਉਹ ਜਿਹੜੀ ਰਸਾਇਣਿਕ ਜਿਹੜੇ ਪੰਜ ਤਾਂ ਮੂਲ ਤੱਤ ਹੈਗੇ ਆ, ਜਿਵੇਂ ਧਰਤੀ, ਆਕਾਸ਼, ਅਗਨੀ, ਪਾਣੀ, ਹਵਾ, ਇਹ ਇੱਕ ਬੇਸਿਕ ਤੱਤ ਹੈਗੇ ਆ। ਠੀਕ ਹੈ ਜੀ। ਤੇ ਉਹ ਜਿਵੇਂ ਹਵਾ ਦੇ ਅੰਦਰ ਬਹੁਤ ਸਾਰੀ ਗੈਸਾਂ ਹੈਗੀਆਂ। ਠੀਕ ਹੈ ਜੀ। ਠੀਕ ਹੈ। ਤੇ ਪਾਣੀ ਦੇ ਅੰਦਰ ਵੀ ਆ, ਜਿਵੇਂ ਨਹੀਂ, ਮੇਰੇ ਖਿਆਲ ਤੋਂ ਤੁਸੀਂ ਸ਼ਾਇਦ ਹੱਲੇ ਨਾ, ਮੈਂ ਉਹਦੀ ਸ਼ੇਪ ਬਾਰੇ ਨਹੀਂ ਪੁੱਛ ਰਿਹਾ, ਜਾਂ ਕਿ ਮੈਂ ਪੁੱਛ ਰਿਹਾ ਕਿ ਤੁਸੀਂ ਉਹਨੂੰ ਸਮਝਦੇ ਕੀ ਆ, ਦੇਖਦੇ ਕਿਸ ਤਰ੍ਹਾਂ ਨਾਲ ਆ ਤੁਹਾਡੀ ਉਹਦੇ। ਕਿਉਂਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਤੁਸੀਂ ਇੱਕ ਸ਼ੇਪ ਦੀ ਗੱਲ ਕਹਿ ਰਹੇ ਹੋ, ਤੇ ਤੁਸੀਂ ਮੈਨੂੰ ਸ਼ੁਰੂਆਤ 'ਚ ਕਹਿਤਾ ਵਾ ਕਿ ਤੁਸੀਂ ਮੰਨਦੇ ਹੋ ਜਿਹੜੀ ਮੈਂ ਵਿਆਖਿਆ ਕੀਤੀ ਆ ਈਸ਼ਵਰ ਦੀ, ਕਿ ਉਹ ਨਿਰਾਕਾਰ ਆ ਜਾਂ ਉਹਦਾ ਕੋਈ ਆਕਾਰ ਨਹੀਂ ਹੈਗਾ, ਤੁਸੀਂ ਉਹਦੇ ਨਾਲ ਐਗਰੀ ਕਰਦੇ ਆ। ਹਾਂਜੀ, ਨਿਰਾਕਾਰ। ਪਰ ਤੁਸੀਂ ਜਦੋਂ ਪੰਜ ਤੱਤਾਂ ਦੀ ਗੱਲ ਕਰਤੀ, ਤਾਂ ਫਿਰ ਪੰਜ ਤੱਤ ਦੇ ਮਤਲਬ ਕਿ ਉਹਦਾ ਕੋਈ ਆਕਾਰ ਹੋਊਗਾ, ਕਿਉਂਕਿ ਪੰਜ ਤੱਤਾਂ ਦਾ ਕੁਛ ਨਾ ਕੁਛ ਆਕਾਰ ਹੈਗਾ ਆ, ਚਾਹੇ ਸੂਖਸ਼ਮ ਤੋਂ ਸੂਖਸ਼ਮ ਹੋਵੇ, ਆਕਾਰ ਉਹਨਾਂ ਦਾ ਹੈਗਾ ਆ। ਤੇ ਬਿਲਕੁਲ ਪਰ ਆ ਜਿਹੜਾ ਹੈਗਾ ਨਾ ਸਾਡਾ ਇਸ ਵਕਤ ਦਾ ਆਹ ਟੌਪਿਕ, ਈਸ਼ਵਰ ਨੂੰ ਅਸੀਂ ਕਿੱਦਾਂ ਦੇਖਦੇ, ਅਸੀਂ ਨੈਕਸਟ ਟਾਈਮ ਲਈ ਰੱਖ ਲੈਣੇ, ਨਹੀਂ ਤਾਂ ਨਾ ਇਹਦੇ ਤੇ ਸਾਡੀ ਗੱਲ ਬਹੁਤ ਜ਼ਿਆਦਾ ਅੱਗੇ ਵੱਧ ਜਾਣੀ ਆ, ਤੇ ਫਿਰ ਸਮਾਂ ਮੈਂ ਲੰਘਾਉਣਾ ਨਹੀਂ ਚਾਹੁੰਦਾ। ਮੈਂ ਵਾਪਸ ਵੇਦਾਂ ਤੇ ਆ ਜਾਂਦਾ ਆ। ਤੁਸੀਂ ਵੇਦਾਂ ਤੇ ਅਸੀਂ ਗੱਲ ਕਰਦੇ ਆ, ਤਾਂ ਕਿ ਕਿਉਂਕਿ ਇੱਕ ਈਸ਼ਵਰ ਦਾ ਵੀ, ਈਸ਼ਵਰ ਹੈਗਾ ਕਿੱਦਾਂ ਦਾ ਆ, ਕਿੱਦਾਂ ਨਹੀਂ ਹੈਗਾ, ਬਹੁਤ ਬਰੋਡ ਇੱਕ ਕੁਐਸਚਨ ਹੈਗਾ ਆ, ਜਿਹੜਾ ਹਰੇਕ ਧਰਮ, ਮਜ਼ਹਬ, ਸੰਪਰਦਾਇ ਆਪਣੇ ਆਪਣੇ ਤਰੀਕੇ ਨਾਲ ਸੋਚਦਾ ਆ। ਅਸੀਂ ਇਹ ਤੇ ਨੈਕਸਟ ਟਾਈਮ ਡਿਬੇਟ ਕਰ ਸਕਦੇ ਆ, ਪਰ ਅਸੀਂ ਵੇਦਾਂ ਤੇ ਵਾਪਸ ਆਈਏ ਕਿ ਤੁਸੀਂ ਜਿਹੜਾ ਤੁਹਾਡਾ ਸਵਾਲ ਸੀਗਾ ਉਹਨੂੰ ਦੁਬਾਰਾ ਤੋਂ ਜੇ ਤੁਸੀਂ ਪੁੱਛਣਾ ਚਾਹੁੰਦੇ ਆਪਣੇ ਤਰੀਕੇ ਨਾਲ, ਤੇ ਫਿਰ ਤੁਸੀਂ ਪੁੱਛ ਸਕਦੇ ਆ, ਨਹੀਂ ਤਾਂ ਮੈਂ ਸ਼ੁਰੂ ਕਰੂੰਗਾ ਫਿਰ ਆਪਣੀ ਗੱਲ ਰੱਖਣੀ। ਨਹੀਂ, ਤੁਸੀਂ ਜਿਵੇਂ ਵੇਦ ਤੁਸੀਂ ਪੜ੍ਹੇ ਹੋਣੇ, ਚਾਰੋਂ ਵੇਦ? ਨਹੀਂ, ਮੈਂ ਚਾਰੋਂ ਨਹੀਂ ਪੜ੍ਹੇ। ਨਹੀਂ, ਮੈਂ ਨਹੀਂ ਪੜ੍ਹੇ। ਮੈਂ ਵਿੱਚੋਂ ਦੀ ਰੈਫਰੈਂਸ ਲਈ ਚੀਜ਼ਾਂ ਪੜ੍ਹਦਾ ਆ, ਜਾਂ ਆਪਣੇ ਅਧਿਆਤਮਕ ਚੀਜ਼ਾਂ ਲਈ। ਪਰ ਉਦਾਂ ਮੈਂ ਕਹਾਂ, ਕਿਉਂਕਿ ਮੇਰੇ ਜਿਹੜਾ ਮਾਹੌਲ ਹੈਗਾ ਆ ਇੱਥੇ ਦਾ, ਜਿੱਥੇ ਮੈਂ ਪੜ੍ਹਿਆ ਆ, ਮੇਰੀ ਐਜੂਕੇਸ਼ਨ ਉਹ ਵਾਲੀ ਨਹੀਂ ਹੈਗੀ, ਮੇਰੀ ਐਜੂਕੇਸ਼ਨ ਵੈਸਟਰਨ ਆ। ਤੇ ਹੁਣ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਅਧਿਆਤਮ ਵੱਲ ਜਾ ਰਿਹਾ ਆ, ਤਾਂ ਫਿਰ ਅਧਿਆਤਮ ਵੱਲ ਜਾਂਦੇ ਹੋਏ ਮੈਂ ਕੋਸ਼ਿਸ਼ ਕਰ ਰਿਹਾ ਵਾਂ ਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ, ਚਾਹੇ ਉਹ ਗੁਰਬਾਣੀ ਹੋਵੇ, ਚਾਹੇ ਉਹ ਕ੍ਰਿਸਚੈਨਿਟੀ ਬਾਈਬਲ ਹੋਵੇ, ਤੇ ਚਾਹੇ ਉਹ ਸਾਰੀਆਂ ਬਾਕੀ ਸਾਡੇ ਵੇਦ ਗ੍ਰੰਥ ਹੈਗੇ ਆ, ਉਹਨਾਂ ਦਾ ਮੈਂ ਅਧਿਐਨ ਕਰ ਰਿਹਾ ਵਾਂ ਕਿ ਕੀ ਲਿਖਿਆ ਵਾ। ਤੇ ਪਰ ਮੈਂ ਹਾਲੇ ਪੜ੍ਹੇ ਨਹੀਂ ਹੈਗੇ ਪੂਰੀ ਤਰ੍ਹਾਂ ਨਾਲ। ਚਲੋ ਆਪਾਂ ਜੇਕਰ ਹਰ ਗ੍ਰੰਥ ਲਿਖਣ ਦਾ ਕੋਈ ਬੇਸਿਕ ਮੂਲ ਤੱਤ ਹੁੰਦਾ ਹੈਗਾ। ਹਾਂਜੀ। ਹਾਂ, ਤੁਸੀਂ ਮੰਨਦੇ ਹੋ। ਆਪਾਂ ਕੋਈ ਵੀ ਰਾਈਟਰ, ਮੈਂ ਕੋਈ ਚਾਰ ਸਫ਼ੇ ਲਿਖਣਾ ਚਾਹੁੰਦਾ, ਤੇ ਉਹਦਾ ਮੂਲ ਤੱਤ ਹੋਗਾ। ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਲਿਖਣ ਦਾ ਮੂਲ ਤੱਤ ਹੈਗਾ, ਜਾਂ ਬਾਈਬਲ ਦਾ ਜਾਂ ਕੁਰਾਨ ਦਾ, ਮੈਂ ਵੇਦਾਂ ਦਾ ਲਿਖਣ ਦਾ ਜਿਹਨੇ ਵੀ ਲਿਖੇ ਹੋਣਗੇ, ਜਾਂ ਜਿਹੜੇ ਉਹਨਾਂ ਨੇ ਕੀ ਸੋਚ ਕੇ ਇਹ ਵੇਦ ਦੀ ਰਚਨਾ ਕੀਤੀ? ਨਹੀਂ, ਮੈਨੂੰ ਲੱਗਦਾ ਤੁਹਾਡੇ ਸ਼ਾਇਦ ਸਵਾਲ ਹੀ ਤੁਹਾਡਾ ਥੋੜਾ ਜਿਹਾ, ਜਾਂ ਤਾਂ ਮੈਨੂੰ ਲੱਗ ਰਿਹਾ ਗਲਤ, ਜਾਂ ਤੁਹਾਡਾ ਸਵਾਲ ਹੀ ਗਲਤ ਆ, ਮੈਨੂੰ ਲੱਗਦਾ। ਪਰ ਮੈਂ ਇਸ ਚੀਜ਼ ਨੂੰ ਥੋੜਾ ਐਕਸਪਲੋਰ ਕਰਦਾ ਹਾਂ। ਹਾਂਜੀ। ਤੁਸੀਂ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਕੋਈ ਗ੍ਰੰਥ ਹੁੰਦੇ ਆ, ਜਿੰਨੇ ਵੀ ਧਰਮ ਸੰਪਰਦਾਇ ਬਣੇ ਅੱਜ ਤੱਕ, ਉਹਨਾਂ ਦਾ ਇੱਕ ਦਰਸ਼ਨ ਸ਼ਾਸਤਰ ਹੈਗਾ ਵਾ, ਦਰਸ਼ਨ ਹੈਗਾ ਉਹਨਾਂ ਦਾ, ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਜਿੱਦਾਂ ਐਗਜ਼ੈਕਟਲੀ ਹਾਂਜੀ। ਤੇ ਹੁਣ ਜਿੱਦਾਂ ਮੁਸਲਮਾਨਾਂ ਲਈ ਕੁਰਾਨ ਹੈਗੀ ਆ, ਉਹਨਾਂ ਲਈ ਕੁਰਾਨ ਨਾਜ਼ਿਲ ਹੋਈ ਸੀ, ਤੇ ਕ੍ਰਿਸਚਨਾਂ ਲਈ ਬਾਈਬਲ, ਪਾਕ ਬਾਈਬਲ ਜਿਹੜੀ ਹੈਗੀ ਆ, ਤੇ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ। ਨਹੀਂ, ਉਹ ਤੁਸੀਂ ਨਹੀਂ ਮੰਨਦੇ, ਪਰ ਜਿਹੜੀ ਦੁਨੀਆ ਤਾਂ ਮੰਨਦੀ ਆ ਨਾ, ਦੁਨੀਆ ਤਾਂ ਮੰਨਦੀ ਆ, ਮੈਂ ਉਹਨਾਂ ਦੀ ਗੱਲ ਰੱਖਦਾ ਮੈਂ ਤੁਹਾਡੇ ਅੱਗੇ। ਤੇ ਇੱਥੋਂ ਦੀ ਫਿਰ ਮਤਲਬ ਕਿ ਤੁਸੀਂ ਪੁੱਛ ਰਹੇ ਆ ਕਿ ਕਿਹੜੀ ਏਦਾਂ ਦੀ ਚੀਜ਼ ਹੋਈ ਕਿ ਵੇਦ ਲਿਖੇ ਗਏ, ਜਾਂ ਕਿਹੜੀ ਏਦਾਂ ਦੀ ਚੀਜ਼ ਹੋਈ, ਹਨਾ, ਕਿਹੜੀ ਚੀਜ਼ ਦੇ ਦਿਮਾਗ 'ਚ ਰੱਖ ਕੇ ਉਹਨਾਂ ਨੇ ਉਹ ਚੀਜ਼ ਨੂੰ ਅੱਗੇ ਚਲਾਇਆ। ਤੇ ਹੁਣ ਇੱਥੇ ਜਿਹੜਾ ਅਸੀਂ ਮੰਨਦੇ ਆ, ਜਿਹੜਾ ਮੈਂ ਚੀਜ਼ ਮੰਨਦਾ ਵਾਂ, ਕਿ ਸਵਾਲ ਤੁਹਾਡਾ ਮੇਰੇ ਖਿਆਲ ਤੋਂ ਹੋਣਾ ਚਾਹੀਦਾ ਸੀਗਾ ਕਿ ਜੇ ਵੇਦ ਦਿੱਤੇ ਗਏ ਆ, ਕਿਉਂਕਿ ਲਿਖੇ ਗਏ ਤਾਂ ਅਸੀਂ ਨਹੀਂ ਮੰਨਦੇ, ਅਸੀਂ ਕਹਿੰਦੇ ਆ ਕਿ ਵੇਦਾਂ ਦਾ ਗਿਆਨ ਪ੍ਰਾਪਤ ਹੋਇਆ ਵਾ, ਜਿਹੜੇ ਸਾਡੇ ਰਿਸ਼ੀ ਸੀਗੇ, ਤਾਂ ਉਹਨਾਂ ਨੂੰ ਈਸ਼ਵਰ ਨੇ
ਦਿੱਤੇ ਤਾਂ ਕਿਉਂ ਦਿੱਤੇ, ਤੇ ਆਹ ਕਿੱਦਾਂ ਸਾਬਿਤ ਕਰ ਸਕਦੇ ਆ ਕਿ ਈਸ਼ਵਰ ਨੇ ਹੀ ਦਿੱਤੇ। ਆਹ ਮੇਰੇ ਖਿਆਲ ਤੋਂ ਤੁਹਾਡਾ ਸਵਾਲ ਹੋਣਾ ਚਾਹੀਦਾ ਵਾ, ਨਾ ਕਿ ਆਹ ਕਿ ਕਿਉਂਕਿ ਹੁਣ ਉਹਨਾਂ ਨੇ ਕਿਉਂ ਲਿਖੇ। ਹੁਣ ਉਹਨਾਂ ਨੂੰ ਤਾਂ ਮੈਂ ਕਹਿ ਦੂੰਗਾ ਕਿ ਉਹਨਾਂ ਨੂੰ ਤਾਂ ਈਸ਼ਵਰ ਨੇ ਗਿਆਨ ਪ੍ਰਾਪਤ ਦਿੱਤਾ ਵਾ। ਅਗਲਾ ਤੁਸੀਂ ਉਸੇ ਸਵਾਲ ਦਾ ਜਵਾਬ ਦੇ ਦਿਓ ਵੀ ਹਾਂਜੀ ਵੀ ਜਿੰਨਾ ਮੇਨ ਮਤਲਬ ਮੇਨ ਸਵਾਲ ਤੇ ਆਉਂਦੇ ਆ ਅਸੀਂ। ਮੇਨ ਜਿਹੜਾ ਸਾਡਾ ਨਾ ਕਿ ਅਸੀਂ ਉਹੀ ਹਾਂਜੀ ਮੇਨ ਸਵਾਲ ਆ। ਹੁਣ ਹਰ ਇੱਕ ਜਿੱਦਾਂ ਹੁਣ ਅਸੀਂ ਜੇ ਤੁਸੀਂ ਖੁਦ ਹੀ ਕਿਹਾ ਵਾ, ਕੋਈ ਵੀ ਚੀਜ਼ ਕਰਨੀ ਹੁੰਦੀ ਆ, ਚਲਾਉਣੀ ਹੁੰਦੀ ਅਸੀਂ ਜਦੋਂ, ਚਾਹੇ ਉਹ ਕੋਈ ਘਰ ਹੋਵੇ, ਚਾਹੇ ਉਹ ਕੋਈ ਸ਼ੋਪ ਹੋਵੇ, ਕੋਈ ਚੀਜ਼ ਬਣਾਉਣੀ ਹੋਵੇ, ਚਾਹੇ ਉਹ ਗੱਡੀ ਹੋਵੇ, ਚਾਹੇ ਮੋਬਾਈਲ ਹੋਵੇ, ਚਾਹੇ ਕੁਛ ਵੀ ਹੋਵੇ ਦੁਨੀਆ ਦਾ, ਉਹਨੂੰ ਬਣਾਉਣ ਤੋਂ ਪਹਿਲਾਂ ਉਹਨੂੰ ਤਰੀਕਾ ਇੱਕ ਦੇਖਿਆ ਜਾਂਦਾ ਵਾ ਕਿ ਆਹ ਕੰਮ ਕਿੱਦਾਂ ਕਰੂਗੀ ਚੀਜ਼। ਜੇ ਮੈਂ ਅੱਜ ਦੀ ਡੇਟ 'ਚ ਸੋਚਦਾ ਵਾਂ ਕਿ ਮੈਂ ਆਪਣਾ ਘਰ ਲੈਣਾ ਵਾ, ਮੈਂ ਪਹਿਲੇ ਉਹਦਾ ਡਿਜ਼ਾਈਨ ਤਿਆਰ ਕਰੂੰਗਾ, ਮੈਂ ਉਹਦੀ ਪ੍ਰੋਪਰ ਦੇਖੂੰਗਾ ਕਿ ਜਗ੍ਹਾ ਕਿਹੜੀ ਆ, ਕਿੱਦਾਂ ਆ, ਕਿਉਂ ਆ, ਜੇ ਹਨੇਰੀ ਆ ਜਾਵੇ ਤਦ ਕੀ ਖਿੜਕੀਆਂ ਹੋਊਗੀਆਂ ਘਰ 'ਚ ਕਿ ਨਹੀਂ ਹੋਊਗੀਆਂ, ਜਾਂ ਜੇ ਫਲੱਡ ਆ ਜਾਣ ਤਾਂ ਇੰਨਾ ਕੁ ਉੱਚਾ ਹੈਗਾ ਵਾ ਕਿ ਉਹ ਉਹਦਾ ਸਹਿਣ ਕਰ ਸਕੇ, ਕਿੱਦਾਂ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਜਦੋਂ ਅਸੀਂ ਕਿ ਏਰੀਆ ਕਿੱਦਾਂ ਦਾ ਵਾ, ਉੱਥੇ ਅਰਥਕੁਏਕ ਤਾਂ ਨਹੀਂ ਜ਼ਿਆਦਾ ਹੁੰਦੇ, ਏਦਾਂ ਸਾਰੀਆਂ ਚੀਜ਼ਾਂ ਹਨਾ। ਏਦਾਂ ਹੀ ਹੁਣ ਜਦੋਂ ਦੁਨੀਆ ਬਣੀ ਆ, ਜਿਹਨੂੰ ਕਿ ਤੁਸੀਂ ਮੇਰੇ ਖਿਆਲ ਤੋਂ ਮੰਨਦੇ ਆ ਕਿ ਸ਼ਾਇਦ ਤੁਸੀਂ ਕਿਹਾ ਉਹ ਬਿਗ ਬੈਂਗ ਥਿਊਰੀ ਦੇ, ਹਾਂਜੀ ਅਸੀਂ ਨਹੀਂ ਉਸ ਚੀਜ਼ ਤੇ ਮੰਨਦੇ, ਪਰ ਫਿਰ ਵੀ ਜਦੋਂ ਦੁਨੀਆ ਬਣੀ ਆ, ਜਦੋਂ ਈਸ਼ਵਰ ਨੇ ਹੁਣ ਦੁਨੀਆ ਬਣਾਈ ਆ, ਈਸ਼ਵਰ ਤੁਸੀਂ ਹੁਣ ਗੋਡ ਕਹਿ ਲਓ ਉਹਨੂੰ, ਚਾਹੇ ਉਹਨੂੰ ਪੰਜ ਤੱਤਾਂ ਦਾ ਕਹਿ ਲਓ, ਇਸ ਵਕਤ ਉਹ ਮੈਟਰ ਨਹੀਂ ਕਰਦਾ, ਪਰ ਜਿਹੜੀ ਬਣੀ ਆ ਉਹਦੇ ਤੋਂ ਸਾਨੂੰ ਆਹ ਚੀਜ਼ ਪਤਾ ਲੱਗਦੀ ਆ ਕਿ ਹੁਣ ਈਸ਼ਵਰ ਨੇ ਦੁਨੀਆ ਬਣਾਈ ਆ। ਆਹ ਚੀਜ਼ ਤਾਂ ਇੱਕ ਤੁਸੀਂ ਵੀ ਇਸ ਚੀਜ਼ ਨੂੰ ਐਗਰੀ ਕਰਦੇ, ਈਸ਼ਵਰ ਨੇ ਦੁਨੀਆ ਬਣਾਈ ਆ। ਨਹੀਂ ਮੈਂ ਨਹੀਂ ਐਗਰੀ ਕਰਦਾ। ਇੱਕ ਮਿੰਟ, ਚਲੋ ਠੀਕ ਹੈ ਤੁਸੀਂ ਐਗਰੀ ਨਹੀਂ ਕਰਦੇ, ਠੀਕ ਹੈ ਦੈਟਸ ਫਾਈਨ, ਪਰ ਅਸੀਂ ਜਿਹੜੀ ਗੱਲ ਮੰਨਦੇ ਆ, ਹੁਣ ਈਸ਼ਵਰ ਨੇ ਜਦੋਂ ਦੁਨੀਆ ਬਣਾਈ ਆ, ਉਹਦੇ ਤੋਂ ਪਹਿਲੇ ਹੁਣ ਈਸ਼ਵਰ ਨੇ ਇੱਕ ਸੋਚ ਜ਼ਰੂਰ ਰੱਖੀ ਹੋਊਗੀ ਕਿ ਦੁਨੀਆ ਕਿੱਦਾਂ ਦੀ ਹੋਊਗੀ, ਕਿੱਦਾਂ ਚੱਲੂਗੀ। ਹੁਣ ਇਹਦੇ ਵਿੱਚ ਹੁਣ ਜੇ ਅਸੀਂ ਕਹਿ ਦਈਏ ਕਿ ਜੀ ਜਿੱਦਾਂ ਜੇ ਕੋਈ ਨਿਆਂ ਹੀ ਨਾ ਹੁੰਦਾ ਬਿਲਕੁਲ ਵੀ, ਫਿਰ ਤਾਂ ਆਹ ਹੋ ਜਾਣਾ ਸੀਗਾ ਕਿ ਦੁਨੀਆ ਚੱਲਣੀ ਨਹੀਂ ਸੀ, ਖਤਮ ਹੋ ਜਾਣੀ ਸੀਗੀ। ਹੁਣ ਈਸ਼ਵਰ ਨੇ ਜੇ ਬਿਨਾਂ ਦੱਸੇ ਕਿਸੇ ਨੂੰ, ਹੁਣ ਕੋਈ ਸਮਝ ਲਓ ਕਿਤੇ ਕੋਈ ਰੂਲ ਬਣ ਗਿਆ, ਕੋਈ ਰਾਜਾ ਨੇ ਆਪਣੇ ਰਾਜ ਵਿੱਚ ਰੂਲ ਲਾਗੂ ਕਰਤਾ ਤੇ ਉਹ ਪ੍ਰਜਾ ਨੂੰ ਪਤਾ ਹੀ ਨਹੀਂ ਹੈਗਾ ਰੂਲ ਹੈਗਾ ਵਾ, ਪ੍ਰਜਾ ਜਾ ਕੇ ਉਹ ਕੰਮ ਕਰਨ ਲੱਗ ਪਏ ਜਿਹਦੇ ਕੇ ਖਿਲਾਫ ਰੂਲ ਆ, ਤੇ ਰਾਜਾ ਉਹਨਾਂ ਨੂੰ ਫਾਹੇ ਚਾੜ ਦੇਵੇ। ਜਨਤਾ ਨੇ ਤਾਂ ਕਹਿਣਾ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ, ਜੇ ਸਾਨੂੰ ਦੱਸਿਆ ਹੀ ਨਹੀਂ ਬਿਨਾਂ ਦੱਸੇ ਤਾਂ ਅਨਿਆਏ ਹੋ ਗਿਆ। ਤੇ ਜਿਹੜਾ ਈਸ਼ਵਰ ਆ ਉਹ ਨਿਆਂਕਾਰੀ ਨਹੀਂ ਹੈਗਾ, ਉਹ ਨਿਆਂਕਾਰੀ ਹੈਗਾ ਆ। ਈਸ਼ਵਰ ਨੇ ਜਦੋਂ ਇਹਨਾਂ ਦਾ ਦੁਨੀਆ ਰਚੀ ਆ ਸਾਡੀ, ਉਹਨਾਂ ਨੇ ਨਾਲ ਹੀ ਉਹਨਾਂ ਜਿਹੜੇ ਸਾਡੇ ਵੇਦ ਰੂਪੀ ਗਿਆਨ ਹੈਗਾ ਆ, ਉਹਨੂੰ ਸਾਡੇ ਵਿੱਚ ਭੇਜਤਾ ਕਿ ਆਹ ਹੈਗਾ ਆ ਤੇ ਤੁਸੀਂ ਹੁਣ ਇਹਦੇ ਨਾਲ ਚੱਲਣਾ ਆ। ਇਸ ਲਈ ਸਾਡੇ ਜਿਹੜੇ ਅਸੀਂ ਮੰਨਦੇ ਆ ਕਿ ਜਿਹੜੇ ਵੇਦ ਹੈਗੇ ਆ ਉਹ ਈਸ਼ਵਰ ਦਾ ਗਿਆਨ ਆ, ਜਿਹੜਾ ਦੁਨੀਆ ਨੂੰ ਚਲਾਉਣ ਦੇ ਲਈ ਆਇਆ ਸੀਗਾ ਦੁਨੀਆ 'ਚ। ਹਾਂਜੀ ਹੁਣ ਅੱਗੇ ਤੁਹਾਡਾ ਸਵਾਲ, ਤੁਸੀਂ ਜੇ ਇਹਦੇ ਤੇ ਕੁਝ ਪੁੱਛਣਾ ਚਾਹੁੰਦੇ ਆ। ਮੈਂ ਤੁਹਾਡੇ ਜਿਹੜੇ ਪਿਛਲਾ ਤੁਹਾਡਾ ਵਕਤਵ ਹੈਗਾ ਉਹਦੇ ਵਿੱਚੋਂ ਹੀ ਮੈਂ ਸਵਾਲ ਰੱਖਣਾ ਚਾਹੂੰਗਾ ਜੀ ਕਿ ਤੁਸੀਂ ਨੇ ਦੱਸਿਆ ਕਿ ਜਿਹੜੇ ਇਹ ਬ੍ਰਹਮੰਡ ਆ ਜਾਂ ਸ੍ਰਿਸ਼ਟੀ ਆ ਜਾਂ ਧਰਤੀ ਆ, ਇਹ ਈਸ਼ਵਰ ਨੇ ਬਣਾਈ ਆ। ਹਾਂਜੀ ਜੀ। ਤੇ ਫਿਰ ਇੱਕ ਇਹਦਾ ਮਤਲਬ ਈਸ਼ਵਰ ਨੂੰ ਬਣਾਉਣ ਵਾਲਾ ਕੌਣ ਆ? ਯਾਨੀ ਇੱਕ ਉਹ ਅਨੰਤ ਹੈਗਾ ਵਾ, ਨਾ ਤਾਂ ਉਹ ਕਦੀ ਪੈਦਾ ਹੋਇਆ ਆ ਤੇ ਨਾ ਹੀ ਉਹ ਕਦੀ ਮਰੂਗਾ। ਉਹ ਅਨਾਦੀ ਕਾਲ ਤੋਂ ਹੈਗਾ ਵਾ ਤੇ ਉਹ ਅਨਾਦੀ ਕਾਲ ਤੱਕ ਹੀ ਰਹੂਗਾ, ਤੇ ਉਹਨੂੰ ਕੋਈ ਵੀ ਬਣਾਉਣ ਵਾਲਾ ਨਹੀਂ ਹੈਗਾ। ਬਣਾਇਆ ਤਾਂ ਉਸ ਚੀਜ਼ ਨੂੰ ਜਾਂਦਾ ਵਾ ਜਿਹੜੀ ਕਿ ਨਾ ਹੋਵੇ, ਉਹ ਸੀਗਾ ਉਹ ਈਸ਼ਵਰ ਦਾ। ਉਹ ਜਿਹੜੀ ਬ੍ਰਹਮੰਡ ਆ, ਜਿਵੇਂ ਆਪਾਂ ਹੁਣ ਜਿਵੇਂ ਆਸ਼ੀਸ਼ ਜੀ ਤੁਸੀਂ ਟੇਬਲ ਬਣਾਉਂਦੇ ਹੋ, ਠੀਕ ਹੈ ਜੀ। ਤੇ ਆਸ਼ੀਸ਼ ਤਾਂ ਇੱਕ ਵੱਖਰੀ ਐਂਟੀਟੀ ਹੋਊਗੀ। ਜਦੋਂ ਟੇਬਲ ਲੱਕੜਾਂ ਇਕੱਠੀਆਂ ਕੀਤੀਆਂ, ਆਰੀ ਲਿਆਂਦੀ, ਮੇਖਾਂ ਲਿਆਂਦੀਆਂ, ਥੋੜਾ ਲਿਆਂਦਾ, ਤੁਸੀਂ ਸਾਰਾ ਕਰਕੇ ਟੇਬਲ ਬਣਾਇਆ ਤਾਂ ਜਿਹੜੀ ਤੁਹਾਡੀ ਕਿਰਤ ਹੈਗੀ ਆ, ਹੁਣ ਜਿਹੜੀ ਕਿਰਤ ਵੱਖਰੀ ਹੋ ਗਈ, ਜੇ ਜਿਹੜਾ ਕਿਰਤ ਕਰਨ ਵਾਲਾ ਵੱਖਰਾ ਹੋ ਗਿਆ। ਹਾਂਜੀ ਵੱਖਰਾ ਹੀ ਤੇ ਇਹਦਾ ਈਸ਼ਵਰ ਤਾਂ ਜਿਹੜਾ ਵੱਖਰਾ ਹੀ ਆ ਸਾਡੇ ਤੋਂ। ਮਤਲਬ ਉਹੀ ਕਹਿਣਾ, ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵੀ ਜਿਹੜੇ ਕਿਰਤ ਕਰਨ ਵਾਲਾ ਵੱਖਰਾ ਹੈਗਾ, ਤੇ ਜਿਹੜੀ ਕਿਰਤ ਉਹਨੇ ਕੀਤੀ ਆ ਉਹ ਉਹਦੇ ਵਿੱਚੋਂ ਵੱਖਰੀ ਆ। ਤੁਸੀਂ ਇਹ ਉਹਦੇ ਵਿੱਚੋਂ ਨਹੀਂ, ਉਹ ਆ ਜਿਹੜੇ ਹੁਣ ਅਸੀਂ ਜਿਹੜੇ ਮੰਨਦੇ ਆ, ਅਸੀਂ ਤ੍ਰੈਤਵਾਦ ਨੂੰ ਮੰਨਦੇ ਆ।
ਤ੍ਰੈਤਵਾਦ ਹੈਗਾ ਆ ਪ੍ਰਕਿਰਤੀ, ਈਸ਼ਵਰ, ਪਰਮਾਤਮਾ, ਪਰਮੇਸ਼ਵਰ ਤੇ ਆਤਮਾ ਜਿਹੜਾ ਅਸੀਂ ਹੈਗੇ ਆ। ਹੁਣ ਈਸ਼ਵਰ ਜਿਹੜਾ ਹੈਗਾ ਆ, ਉਹਨੇ ਸਮੇਂ ਦੇ ਨਾਲ ਜਦੋਂ ਲੋੜ ਹੋਈ ਆ ਉਹਨਾਂ ਨੇ ਸਾਨੂੰ ਬਣਾਇਆ ਵਾ। ਤੇ ਆਹੀ ਚੀਜ਼ ਹੁਣ ਜਿੱਦਾਂ ਅਸੀਂ ਟੇਬਲ ਬਣਾਉਂਦੇ ਆ, ਐਗਜ਼ਾਮਪਲ ਆ, ਟੇਬਲ ਦੇ ਲਈ ਲੱਕੜੀ ਆ ਅਸੀਂ ਲੈ ਕੇ ਆਉਂਦੇ ਆ। ਟੇਬਲ ਨੂੰ ਤਾਂ ਮੈਂ ਬਣਾ ਲਿਆ, ਪਰ ਲੱਕੜੀ ਨੂੰ ਕਿਹਨੇ ਬਣਾਇਆ? ਕੁਐਸਚਨ ਆਇਆ। ਹੁਣ ਅਸੀਂ ਸਮੁੰਦਰਾਂ ਵਿੱਚ ਜਾਂਦੇ ਆ ਜਾਂ ਸਾਰਾ ਕੁਛ, ਇੱਥੋਂ ਦੀ ਅਸੀਂ ਆਹ ਤਾਂ ਗੱਲ ਦੱਸ ਸਕਦੇ ਆ ਕਿ ਜੀ ਬਾਰਿਸ਼ ਕਿੱਦਾਂ ਹੁੰਦੀ ਆ, ਸਮੁੰਦਰ ਦਾ ਭਾਫ ਦਾ ਪਾਣੀ ਉੱਪਰ ਜਾਂਦਾ ਆ, ਭਾਫ ਤੋਂ ਫਿਰ ਬੱਦਲਾਂ ਤੋਂ ਪਾਣੀ ਵਾਪਸ ਸਾਡੇ ਤੇ ਆਉਂਦਾ ਆ, ਸਾਰਾ ਕੁਝ ਹੁੰਦਾ ਆ। ਅਸੀਂ ਇੱਕ ਪ੍ਰੋਸੈਸ ਦੱਸਤਾ, ਪਰ ਉਹ ਪ੍ਰੋਸੈਸ ਤਾਂ ਅਸੀਂ ਹੁਣ ਦੱਸਦੇ ਪਏ ਸਾਇੰਸ ਦੇ ਥਰੂ, ਪਰ ਉਹ ਪ੍ਰੋਸੈਸ ਤਾਂ ਪਿਛਲੇ ਕਰੋੜਾਂ ਸਾਲਾਂ ਤੋਂ ਚੱਲਦਾ ਹੁੰਦਾ ਵਾ। ਆਹ ਤਾਂ ਨਹੀਂ ਹੈਗਾ ਕਿ ਬਾਰਿਸ਼ ਰੁਕੀ। ਤੇ ਆਹ ਚੀਜ਼ ਈਸ਼ਵਰ ਨੇ ਖੁਦ ਉਹ ਕਰਦਾ ਆ। ਤੇ ਆਹ ਮੇਰੇ ਖਿਆਲ ਤੋਂ ਨਾਲੇ ਸਾਡਾ ਇਸ ਵਕਤ ਦਾ ਟੌਪਿਕ ਵਿਸ਼ੇ ਨਹੀਂ ਹੈਗਾ, ਸਾਡਾ ਵਿਸ਼ੇ ਹੀ ਮੇਨ ਆਹੀ ਹੈਗਾ ਆ ਕਿ ਉਹਦਾ, ਕਿਉਂਕਿ ਅਲੱਗ-ਅਲੱਗ ਵਿਸ਼ੇ ਹੈਗੇ, ਅਸੀਂ ਇਹਨਾਂ ਤੇ ਜ਼ਰੂਰ ਗੱਲ ਕਰ ਸਕਦੇ ਆ ਅੱਗੇ ਜਾ ਕੇ। ਪਰ ਅੱਜ ਦਾ ਤੁਸੀਂ ਜੇ ਸਿਰਫ ਵੇਦ ਆਏ ਉਹਨਾਂ ਤੇ ਆਏ ਆ ਜਾਂ ਨਹੀਂ ਆਏ, ਇਸ ਤੇ ਜੇ ਅਸੀਂ ਚਰਚਾ ਕਰੀਏ ਤਾਂ ਉਹ ਮੇਰੇ ਖਿਆਲ ਤੋਂ ਸਾਡਾ ਜ਼ਿਆਦਾ ਵਧੀਆ ਟਾਈਮ ਲੱਗ ਜਾਊਗਾ, ਕਿਉਂਕਿ ਉਹ ਤੋਂ ਅੱਗੇ ਫਿਰ ਮੇਰੇ ਵੀ ਸਵਾਲ ਹੈਗੇ। ਐਕਚੁਅਲੀ ਆਸ਼ੀਸ਼ ਜੀ, ਚਲੋ ਆਪਾਂ ਮੈਂ ਫਸਟ ਟਾਈਮ ਤੁਹਾਡੇ ਵੀ ਆਪਾਂ ਜਿਹੜਾ ਟੌਪਿਕ ਸਿਲੈਕਟ ਕਰ ਲਿਆ ਨਾ, ਇਹ ਮੈਕਰੋ ਲੈਵਲ ਦਾ ਹੈਗਾ। ਨਹੀਂ ਹੈਗਾ ਤਾਂ ਹੈ। ਦੁਨੀਆ ਦਾ ਕੋਈ ਵੀ ਟੌਪਿਕ ਤੁਸੀਂ ਚੂਜ਼ ਕਰ ਲਓਗੇ, ਚਾਹੇ ਉਹਦੇ ਅੰਦਰ ਬਹੁਤ ਸਾਰੀ ਮਾਈਕਰੋ ਐਨਾਲਿਸਿਸ ਕਰਨਾ ਜ਼ਰੂਰੀ ਹੋ ਜਾਂਦਾ। ਨਹੀਂ ਜ਼ਰੂਰੀ ਮੈਂ ਮੰਨਦਾ, ਪਰ ਨਾ ਜਿਹੜੇ ਉਹ ਮਾਈਕਰੋ ਐਨਾਲਿਸਿਸ ਵੀ ਹੈਗੇ ਨਾ, ਉਹਨਾਂ ਦੇ ਅੱਗੇ ਮਾਈਕਰੋ ਐਨਾਲਿਸਿਸ ਹੋਰ ਨਿਕਲ ਆਉਂਦੇ ਆ। ਐਗਜ਼ਾਮਪਲ ਮੈਂ ਦੇ ਦਿੰਦਾ, ਦੁਨੀਆ ਦਾ ਇਸ ਵਕਤ ਅਸੀਂ ਜੇ ਗੱਲ ਕਰਦੇ ਪਏ ਸੋਸ਼ੀਓ ਪੋਲੀਟੀਕਲ ਤੇ ਹਿਸਟਰੀ ਦੀ ਗੱਲ ਕਰਦੇ ਪਏ ਆ ਜ਼ਿਆਦਾਤਰ। ਹੁਣ ਅੱਜ ਦੀ ਜੇ ਅਸੀਂ ਜਾਤੀਵਾਦ ਤੇ ਵੀ ਗੱਲ ਕਰਾਂਗੇ ਤਾਂ ਪਿੱਛੇ ਜਾ ਕੇ ਉਹ ਕਿਤੇ ਨਾ ਕਿਤੇ ਵੇਦਾਂ ਤੇ ਆ ਜਾਊਗੀ ਗੱਲ, ਫਿਰ ਵੇਦਾਂ ਤੋਂ ਸ਼ੁਰੂ ਹੋ ਜਾਣਾ। ਮਤਲਬ ਕਿ ਇੱਕ ਪੁਆਇੰਟ ਇੰਨਾ ਜ਼ਿਆਦਾ ਪਿੱਛੇ ਜਾ ਸਕਦਾ ਵਾ, ਪਰ ਸਾਨੂੰ ਆਪਣਾ ਸਟੀਕ ਰਹਿਣਾ ਵਾ ਤਾਂ ਕਿ ਜਿਹੜੀ ਸਾਡੇ ਸੁਣਨ ਵਾਲੇ ਹੈਗੇ ਆ ਉਹ ਦੇਖਣ ਕਿ ਜਿਹੜਾ ਇਹਨਾਂ ਨੇ ਟੌਪਿਕ ਸਾਨੂੰ ਕਿਹਾ ਸੀਗਾ ਉਸੇ ਟੌਪਿਕ ਤੇ ਆ ਰਹੇ ਆ। ਤੇ ਹੁਣ ਅੱਜ ਦਾ ਟੌਪਿਕ ਹੈਗਾ ਕਿ ਵੇਦ ਕਿੱਦਾਂ ਆਏ, ਤੇ ਦਿੱਤ ਸਿੰਘ ਜੀ ਵੱਲੋਂ ਜਿਹੜਾ ਉਹਨਾਂ ਨੇ ਬੁੱਕ ਲਿਖੀ ਆ ਉਹਦੇ ਤੇ ਉਹਦੇ ਤੇ ਸਵਾਲ ਹੈਗਾ ਵਾ, ਤੁਸੀਂ ਉਹਦੇ ਤੇ ਸਵਾਲ ਮੈਨੂੰ ਚਾਹੇ 10 ਪੁੱਛ ਲਓ, ਪਰ ਤੁਸੀਂ ਕਿਉਂਕਿ ਵਿਸ਼ੇ ਤੋਂ ਬਾਹਰ ਜਾ ਕੇ ਪੁੱਛਿਆ ਆ ਜ਼ਿਆਦਾਤਰ ਸਵਾਲ, ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਚਲੋ ਮੈਂ ਜਿਵੇਂ ਤੁਸੀਂ ਦੱਸਿਆ ਜਿਹੜੇ ਰਿਸ਼ੀ ਮੁਨੀ ਸੀਗੇ ਜਿਨ੍ਹਾਂ ਨੂੰ ਉਹਨਾਂ ਨੂੰ ਈਸ਼ਵਰ ਵੱਲੋਂ ਇਲਹਾਮ ਹੋਇਆ ਹਨਾ, ਉੱਪਰੋਂ ਗਿਆਨ ਪ੍ਰਾਪਤ ਹੋਇਆ, ਉਹਨੂੰ ਪ੍ਰਕਾਸ਼ ਹੋਇਆ। ਹਾਂਜੀ, ਤੇ ਮੇਰਾ ਮਤਲਬ ਆ ਵੀ ਇਹਦਾ ਮਤਲਬ ਜਿਹੜਾ ਈਸ਼ਵਰ ਹੈਗਾ ਤੇ ਜਿਹੜੇ ਰਿਸ਼ੀ ਹੈਗੇ ਆ ਉਹਨਾਂ ਦੀ ਜਿਹੜੀ ਭਾਸ਼ਾ ਇੱਕੋ ਹੀ ਸੀਗੀ? ਨਹੀਂ, ਉਹਨਾਂ ਨੂੰ, ਕਿਉਂਕਿ ਇੱਥੇ ਹੁਣ ਆਹ ਸਵਾਲ ਆ, ਮੈਂ ਤੁਹਾਨੂੰ ਪਹਿਲੇ ਹੀ ਆਹ ਗੱਲ ਦੱਸ ਚੁੱਕਾ ਸੀਗਾ, ਗਿਆਨ ਪ੍ਰਾਪਤ ਹੋਇਆ ਉਹਨਾਂ ਨੂੰ ਕੁਛ ਗਿਆਨ ਇੱਕ ਜਿਹੜਾ ਹੁਣ ਹੁੰਦਾ ਆ, ਉਹ ਜ਼ਰੂਰੀ ਨਹੀਂ ਹੈਗਾ ਕਿ ਉਹ ਭਾਸ਼ਾ ਵਿੱਚ ਹੀ ਹੋਊਗਾ, ਬਿਨਾਂ ਭਾਸ਼ਾ ਤੋਂ ਵੀ ਗਿਆਨ ਹੋ ਜਾਂਦਾ ਵਾ। ਹੁਣ ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਜੇ ਦੇਵਾਂ, ਕੋਈ ਬੱਚਾ ਹੈਗਾ ਆ ਜਿਹੜਾ ਕਿ ਜਨਮ ਤੋਂ ਬਹਿਰਾ ਆ, ਸੁਣ ਨਹੀਂ ਸਕਦਾ ਕੁਛ ਵੀ, ਤੇ ਗੂੰਗਾ, ਫਿਰ ਉਹ ਆਟੋਮੈਟਿਕਲੀ ਗੂੰਗਾ ਹੋ ਜਾਊਗਾ ਕਿਉਂਕਿ ਉਹਨੇ ਸੁਣਿਆ ਕੁਛ ਨਹੀਂ ਤੇ ਉਹਦੇ ਵਰਡਸ ਨਹੀਂ ਹੈਗੇ ਕੁਛ ਵੀ। ਉਹਨੂੰ ਪਤਾ ਨਹੀਂ ਪਾਣੀ ਨੂੰ ਪਾਣੀ ਕਹਿਣਾ ਵਾ ਕਿ ਕਿਹਨੂੰ ਕੀ ਕਹਿਣਾ ਵਾ, ਕਿ ਜੋ ਵੀ ਅਸੀਂ ਗੱਲ ਕਰਦੇ ਮੋਬਾਈਲ ਨੂੰ ਮੋਬਾਈਲ ਕਹਿਣਾ ਵਾ, ਉਹ ਜਸਟ ਇਸ਼ਾਰੇ ਕਰੂਗਾ। ਸੋਚਦਾ ਉਹ ਵੀ ਹੈਗਾ ਵਾ। ਜ਼ਰੂਰੀ ਨਹੀਂ ਹੈਗਾ ਕਿ ਇਨਸਾਨ ਜਿਹੜਾ ਹੈਗਾ ਵਾ ਉਹ ਹਮੇਸ਼ਾ ਭਾਸ਼ਾ ਸੋਚੇ। ਉਹਦੀਆਂ ਹੁਣ ਜਦੋਂ ਤੁਹਾਡੇ ਹੱਥ ਤੇ ਸੱਟ ਵੱਜਦੀ ਆ, ਤੁਹਾਨੂੰ ਅੰਦਰੋਂ ਆਵਾਜ਼ ਨਹੀਂ ਆਉਂਦੀ ਕਿ ਹਾਏ ਮੇਰੇ ਸੱਟ ਵੱਜ ਗਈ, ਜਸਟ ਤੁਹਾਡੇ ਹੱਥ ਨੂੰ ਪਤਾ ਹੁੰਦਾ ਵਾ ਕਿ ਮੇਰੇ ਸੱਟ ਵੱਜ ਚੁੱਕੀ ਆ। ਤੁਸੀਂ ਬੋਲੋ ਨਾ ਬੋਲੋ, ਤੁਸੀਂ ਚਾਹੇ ਜਿੱਦਾਂ ਮਰਜ਼ੀ ਕਰੋ, ਪਰ ਤੁਹਾਡੀ ਬੋਡੀ ਨੂੰ ਪਤਾ ਵਾ ਅੰਦਰੋਂ। ਤਾਂ ਏਦਾਂ ਹੀ ਹੁਣ ਜਿਹੜੀ ਭਾਸ਼ਾ ਹੈ ਉਹ ਜ਼ਰੂਰੀ ਨਹੀਂ ਹੈਗੀ, ਤੇ ਆਹ ਪ੍ਰਕਾਸ਼ ਹੋਇਆ ਵਾ ਉਹਨਾਂ ਦੇ ਅੰਦਰ, ਜਿਹੜੀ ਕਿ ਗੱਲ ਮੇਰੇ ਖਿਆਲ ਤੋਂ ਦਿੱਤ ਸਿੰਘ ਜੀ ਨੇ ਮਿਸ ਕਰਤੀ ਸੀਗੀ ਜਾਂ ਜੋ ਵੀ ਉਹਨਾਂ ਨੇ ਕੀਤਾ ਵਾ। ਪਰ ਉਹ ਤੋਂ ਅੱਗੇ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਇਹਦੇ ਵਿੱਚ ਤੁਸੀਂ ਆ ਜਿਹੜਾ ਤਰਕ ਰੱਖਿਆ ਨਾ ਕਿ ਵੀ ਕੋਈ ਜਿਹੜਾ ਗੂੰਗਾ ਹੈਗਾ, ਉਹ ਇਹਦਾ ਮਤਲਬ ਜਿਹੜੇ ਹੁਣ ਜਿਵੇਂ ਗੂੰਗੇ ਨੂੰ ਜਿਹੜਾ ਗਿਆਨ, ਗੂੰਗਾ ਸਿਰਫ ਆਪਣੀ ਜਿਹੜੀ ਬੇਸਿਕ ਜ਼ਰੂਰਤਾਂ ਹੈਗੀਆਂ, ਮੇਨਲੀ ਬਹਿਰਾ ਕਿਹਾ ਵਾ ਮੈਂ, ਗੂੰਗਾ ਮੈਂ ਉਦਾਂ ਦੱਸਿਆ ਵਾ ਕਿ ਜਿਹੜਾ ਬਹਿਰਾ ਹੋਊਗਾ ਗੂੰਗਾ ਵੀ ਹੋਊਗਾ। ਬਟ ਉਹ ਜਿਹੜਾ ਬਹਿਰਾ ਹੁੰਦਾ ਉਹ ਗੂੰਗਾ ਹੁੰਦਾ, ਤੇ ਜਿਹੜਾ ਗੂੰਗਾ ਹੁੰਦਾ ਉਹ ਬਹਿਰਾ ਹੁੰਦਾ, ਉਹ ਆਪਸ ਵਿੱਚ ਜੁੜੇ ਹੋਏ ਆ ਦੋਨੋਂ। ਜਿਹੜਾ ਗੂੰਗਾ ਹੁੰਦਾ ਉਹ ਬਹਿਰਾ ਨਹੀਂ ਹੋਣਾ ਜ਼ਰੂਰੀ ਨਹੀਂ ਹੈਗਾ, ਪਰ ਜਿਹੜਾ ਬਹਿਰਾ ਹੋਊਗਾ ਉਹ ਗੂੰਗਾ ਹੋਊਗਾ, ਆ ਪੱਕਾ ਆ। ਗੂੰਗਾ ਦਾ ਮਤਲਬ ਬੋਲ ਨਹੀਂ ਸਕਦਾ,
ਕਿਉਂਕਿ ਜਦੋਂ ਅਸੀਂ ਜਿਹੜੀ ਵੀ ਚੀਜ਼ ਅਸੀਂ ਸਿੱਖਦੇ ਆ ਨਾ, ਅਸੀਂ ਮੇਨਲੀ ਸਿੱਖਦੇ ਆ ਜਦੋਂ ਅਸੀਂ ਦੂਜਿਆਂ ਨੂੰ ਦੇਖਦੇ ਆ, ਆਪਣੇ ਗੁਰੂ ਤੋਂ, ਟੀਚਰ ਤੋਂ, ਮਾਤਾ ਪਿਤਾ ਤੋਂ, ਏਦਾਂ ਸਾਰਾ ਕੁਝ। ਹੁਣ ਜਿਹੜਾ ਬਹਿਰਾ ਹੈਗਾ ਵਾ ਬੰਦਾ, ਉਹਨੇ ਜਦੋਂ ਸੁਣਿਆ ਹੀ ਨਹੀਂ ਕੁਝ, ਉਹ ਫਿਰ ਬੋਲੂਗਾ ਕੀ? ਹਾਂਜੀ ਹਾਂਜੀ। ਉਹ ਤਾਂ ਸਿਰਫ ਥੋੜਾ ਬਹੁਤ ਰੋ ਸਕਦਾ ਵਾ, ਚੀਕਾਂ ਮਾਰ ਕੇ ਆਪਣੀ ਗੱਲ ਦੱਸ ਸਕਦਾ ਵਾ, ਏਦਾਂ ਮਤਲਬ ਕੁਝ ਵੀ ਏਦਾਂ ਕਰਕੇ, ਪਰ ਉਹਨੂੰ ਅਸਲ 'ਚ ਪਤਾ ਨਹੀਂ ਕਿ ਮੈਂ ਕਰਨਾ ਕੀ ਆ, ਉਹਨੂੰ ਕੁਝ ਵੀ ਨਹੀਂ ਪਤਾ। ਤੇ ਏਦਾਂ, ਪਰ ਉਹਦੇ ਅੰਦਰ ਵਿਚਾਰ ਜ਼ਰੂਰ ਹੈਗੇ ਆ, ਉਹਨੂੰ ਹਰ ਚੀਜ਼ ਫੀਲ ਹੁੰਦੀ ਆ। ਉਹਦੇ ਸਾਹਮਣੇ ਜੇ ਕੁਝ ਗਲਤ ਹੋ ਰਿਹਾ ਤਾਂ ਉਹਨੂੰ ਫੀਲ ਹੋਊਗਾ ਕਿ ਦਿਸ ਇਜ਼ ਰੋਂਗ, ਉਹਦੇ ਸਾਹਮਣੇ ਕੁਝ ਜੇ ਚੰਗਾ ਹੋ ਰਿਹਾ ਤਾਂ ਉਹਨੂੰ ਵਧੀਆ ਲੱਗੂਗਾ। ਆ ਇੱਕ ਜਿਹੜਾ ਚਲੋ ਤੁਸੀਂ ਠੀਕ ਸਵਾਲ ਕੀਤਾ ਸੀ, ਭਾਸ਼ਾ ਕਿਹੜੀ 'ਚ ਗੱਲ ਕੀਤੀ ਆ, ਮੈਂ ਉਹਦਾ ਜਵਾਬ ਦਿੱਤਾ ਸੀਗਾ ਕਿ ਵਿਚਾਰ। ਮੈਂ ਉਹੀ ਕਹਿ ਰਿਹਾ ਵੀ ਜਿਹੜਾ ਦੋਨਾਂ ਦਾ ਲੈਵਲ ਆ ਨਾ, ਜਿਵੇਂ ਜਿਹੜਾ ਇਲਾਹਮ ਹੁੰਦਾ, ਜਿਹੜਾ ਵੇਦ ਦਾ ਜਿਹੜਾ ਗਿਆਨ ਆ, ਬਹੁਤ ਉੱਚ ਕੋਟੀ ਦਾ ਗਿਆਨ ਆ। ਹਾਂਜੀ, ਉਹ ਅਸੀਂ ਵੀ ਮੰਨਦੇ ਆ, ਜਿਹੜਾ ਵੇਦ ਦੇ ਅੰਦਰ ਚਲੋ ਆਪਾਂ ਇਹ ਵੱਖਰੀ ਗੱਲ, ਵੇਦ ਦੇ ਅੰਦਰ ਜਿਹੜੀ ਚੀਜ਼ਾਂ ਲਿਖੀਆਂ ਉਹ ਕੋਈ ਗੁੰਗੇ ਜਾਂ ਬਹਿਰੇ ਲੈਵਲ ਦੀ ਨਹੀਂ ਆ, ਉਹ ਬਹੁਤ ਹਾਈ ਲੈਵਲ ਦੇ ਗਿਆਨ ਆ। ਹਾਂਜੀ ਹਾਂਜੀ, ਆਹੀ ਤਾਂ ਈਸ਼ਵਰ ਦਾ ਹੈਗਾ ਨਾ ਗਿਆਨ। ਹੁਣ ਮੈਂ ਕੁਝ ਨੋਟਸ ਬਣਾਏ ਸੀਗੇ ਇੱਥੇ, ਮੈਂ ਜਿਹੜਾ ਤੁਹਾਨੂੰ ਥੋੜਾ ਜਿਹਾ ਦੱਸਦਾ ਆ ਕਿ ਹੁਣ ਜਿੱਦਾਂ ਸਾਡੇ ਭੂਗੋਲ ਵਿਦਿਆ ਹੈਗੀ ਆ, ਵਿੱਚ ਸ਼ਸਤਰ ਵਿਦਿਆ ਹੈਗੀ ਆ, ਇਹਨਾਂ ਦੇ ਬੀਜ ਹੈਗੇ। ਮਤਲਬ ਕਿ ਹੁਣ ਆ ਤਾਂ ਬਹੁਤ, ਇੱਕ ਬੰਦਾ ਸੋਚ ਸਕਦਾ ਯਾਰ ਇੰਨਾ ਜ਼ਿਆਦਾ ਜਿਹੜਾ ਗਿਆਨ ਆ, ਆਹ ਕੁਛ ਨਾ ਕੁਛ ਤਾਂ ਦੱਸਿਆ ਹੀ ਹੋਊਗਾ, ਫਿਰ ਕੁਛ ਨਾ ਕੁਛ ਤਾਂ ਕੀਤਾ ਹੀ ਹੋਊਗਾ। ਪਰ ਆ ਜਿਹੜੀ ਚੀਜ਼ ਹੁਣ ਜਦੋਂ ਸਾਡੇ ਆਏ ਸੀਗੇ ਰਿਸ਼ੀ ਮਹਾਰਿਸ਼ੀ, ਜਦੋਂ ਅਸੀਂ ਮੰਨਦੇ ਆ ਜਿਨ੍ਹਾਂ ਨੂੰ, ਜਿਹੜੇ 4 ਜਿਨ੍ਹਾਂ ਤੇ ਆਹ ਪ੍ਰਕਾਸ਼ ਹੋਇਆ ਵਾ। ਹੈਲੋ ਹੈਲੋ, ਤੁਹਾਡੀ ਵੀਡੀਓ ਚੱਲ ਗਈ ਭਾਜੀ, ਤੁਹਾਡੀ ਸ਼ਾਇਦ ਨੈਟਵਰਕ ਪ੍ਰੋਬਲਮ ਹੋ ਗਈ ਹੈ ਕੁਛ। ਮੈਂ ਵੇਟ ਕਰ ਲੈਣਾ ਤੁਹਾਡੀ, ਕਿਉਂਕਿ ਫਿਰ ਤੁਹਾਡੀ ਆਵਾਜ਼ ਹਾਂਜੀ ਹਾਂਜੀ, ਮੈਨੂੰ ਤੁਹਾਡੀ ਆਵਾਜ਼ ਚੱਲ ਗਈ ਸੀਗੀ, ਹੁਣ ਆ ਗਈ ਹੈ ਤੁਹਾਡੀ ਆਵਾਜ਼ ਵਾਪਸ। ਮੈਂ ਕਹਿ ਰਿਹਾ ਵਾਂ ਜਿਹੜੇ ਹੁਣ ਆਪਣੇ ਸੀਗੇ ਰਿਸ਼ੀ ਮਹਾਰਿਸ਼ੀ, ਉਸ ਵੇਲੇ ਉਹ ਸਮਝ ਲਓ ਇੱਕਦਮ ਬਿਲਕੁਲ ਜ਼ੀਰੋ ਤੇ ਸੀਗੇ। ਉਹ ਆਏ ਸੀਗੇ, ਉਹਨਾਂ ਦੀਆਂ ਕੁਝ ਵੀ ਇਦਾਂ ਦੀਆਂ ਸਮ੍ਰਿਤੀਆਂ ਨਹੀਂ ਸੀਗੀਆਂ ਪੁਰਾਣੀਆਂ, ਕਿ ਚਾਹੇ ਅਸੀਂ ਪੁਨਰ ਜਨਮ 'ਚ ਮੈਂ ਬਿਲੀਵ ਕਰਦਾ ਆ, ਉਹਨਾਂ ਦਾ ਕੋਈ ਪੁਨਰ ਜਨਮ ਨਹੀਂ ਸੀਗਾ ਹਾਲੇ ਤੱਕ, ਕੁਝ ਵੀ ਤਾਂ ਸਮ੍ਰਿਤੀ ਨਹੀਂ ਸੀਗੀ ਜਿਹਨੂੰ ਕਿ ਉਹ ਚੇਤਾ ਕਰਕੇ ਕੁਝ ਵੀ ਆਪਣੇ ਅੰਦਰੋਂ ਦੀ ਸੋਚ ਸਕਦੇ। ਹੁਣ ਕਈ ਵਾਰ ਅਸੀਂ ਬੱਚਾ ਦੇਖਦੇ ਆ, ਬੱਚਾ ਛੋਟੇ ਹੁੰਦੇ ਹੀ ਨੀਂਦ ਵਿੱਚ ਹੀ ਹੱਸਦਾ ਵਾ, ਨੀਂਦ ਵਿੱਚ ਹੀ ਫਿਰ ਕਈ ਵਾਰ ਡਰ ਕੇ ਰੋਣ ਲੱਗ ਪੈਂਦਾ ਵਾ। ਅਸੀਂ ਸੋਚੀਦਾ ਵਾ ਕਿ ਸ਼ਾਇਦ ਜਿੱਦਾਂ ਕਈ ਵਾਰ ਕਹਿ ਦਿੰਦੇ ਆ ਕਿ ਜੀ ਕਿਸੇ ਨੇ ਕੁਛ ਕੀਤਾ ਕਰਾਇਆ, ਕਿਸੇ ਨੇ, ਕਿ ਅਸੀਂ ਸੋਚਦੇ ਆ ਕਿ ਉਹ ਪੁਨਰ ਜਨਮ ਦੀਆਂ ਗੱਲਾਂ ਸੋਚ ਕੇ, ਕਿਉਂ ਹਾਲੇ ਤੱਕ ਉਹਨੂੰ ਸਮ੍ਰਿਤੀਆਂ ਹੈਗੀਆਂ ਵਾ। ਇਹਦੇ ਜੋ ਸਾਡੇ ਰਿਸ਼ੀ ਮਹਾਰਿਸ਼ੀ ਆਏ ਸੀਗੇ, ਉਹਨਾਂ 'ਚ ਸਮ੍ਰਿਤੀਆਂ ਨਹੀਂ ਸੀਗੀਆਂ, ਕਿਉਂਕਿ ਉਹਨਾਂ ਦਾ ਪੁਨਰ ਜਨਮ ਸੀਗਾ, ਇਹਨੂੰ ਪਹਿਲੀ ਵਾਰ ਹੋਏ ਆ, ਤਾਂ ਉਹਨਾਂ ਦੇ ਅੰਦਰ ਵਿਚਾਰ ਵੀ ਨਹੀਂ ਸੀਗੇ। ਉਹ ਹੁਣ ਜਿਹੜੇ ਵਿਚਾਰ ਹੈਗੇ ਆ, ਜਾਂ ਜਿਹੜੀ ਵੀ, ਹੈਲੋ ਸੁਣ ਰਹੇ ਆ ਭਾਜੀ? ਇੱਕ ਬੰਦਾ, ਹਾਂਜੀ ਸੁਣ ਰਹੇ ਹਾਂਜੀ ਹੋ? ਤੇ ਉਹਨਾਂ ਨੇ ਵਿਚਾਰ ਉਹਨਾਂ ਨੇ ਖੁਦ ਪਾਏ ਆ, ਈਸ਼ਵਰ ਨੇ ਉਹਨਾਂ ਨੂੰ ਜੋ ਗਿਆਨ ਦਿੱਤਾ ਵਾ, ਤਾਂ ਫਿਰ ਉਹਨਾਂ ਨੇ ਉੱਥੋਂ ਦੀ ਸਿੱਖ ਕੇ ਉਹ ਚੀਜ਼ ਖੁਦ, ਤੇ ਉਹਨਾਂ ਨੇ ਅੱਗੇ ਫਿਰ ਨਿਕਲ ਹਾਂਜੀ, ਹੁਣ ਰਿਕਾਰਡਿੰਗ ਔਨ ਹੋ ਗਈ ਹੈ, ਹੁਣ ਸਾਨੂੰ ਹਾਂਜੀ। ਤੇ ਮੈਂ ਫਿਰ ਵਾਪਸ ਆਉਂਦਾ ਆ ਕਿ ਹੁਣ ਜਿਹੜੇ ਸਾਡੇ ਉਹ ਸੀਗੇ, ਉਹਨਾਂ 'ਚ ਜਿੰਨਾ ਵੀ ਫਿਰ ਗਿਆਨ ਆ ਉਹਨਾਂ ਨੂੰ ਅੰਦਰ ਦਿੱਤਾ ਗਿਆ, ਕਿਉਂਕਿ ਉਹ ਪੂਰੀ ਤਰ੍ਹਾਂ ਜ਼ੀਰੋ ਸੀਗੇ, ਸ਼ੂਨੇ ਸੀਗੇ, ਖਾਲੀ ਸੀਗੇ ਉਹ, ਤੇ ਉਹ ਫਿਰ ਗਿਆਨ ਨੂੰ ਉਹਨਾਂ ਨੇ ਅੱਗੇ ਵਧਾਇਆ ਵਾ। ਸਾਡੀ ਆਹ ਮਾਨਤਾ ਆ। ਤੇ ਜੇ ਅੱਗੇ ਤੁਹਾਡਾ ਇਸ ਚੀਜ਼ ਤੋਂ ਸਵਾਲ ਹੈਗਾ ਵਾ ਤਾਂ ਫਿਰ ਮੈਂ ਕਰਦਾ, ਨਹੀਂ ਤਾਂ ਫਿਰ ਮੈਂ ਸ਼ੁਰੂ। ਚਲੋ ਆਸ਼ੀਸ਼ ਜੀ, ਆਪਾਂ ਦੇਖੋ, ਤੁਸੀਂ ਦਿੱਤਾ ਹੈਗਾ ਤਰਕ ਦਿੱਤਾ, ਜਾਂ ਆਪਣੇ ਵੱਲੋਂ ਦਿੱਤਾ, ਜਾਂ ਚਲੋ ਕਿਸੇ ਤੁਸੀਂ ਮੈਂ ਇਹਨੂੰ ਸੁਣਿਆ, ਤੇ ਤੁਸੀਂ ਜਦੋਂ ਈਸ਼ਵਰ ਅਲਾਹਮ ਦੇ ਰਿਹਾ ਸੀ ਜਾਂ ਗਿਆਨ ਦੇ ਰਿਹਾ ਸੀ, ਇਹਦਾ ਮਤਲਬ ਉਹ ਭਾਰਤ ਦੇ ਅੰਦਰ ਜਿਹੜੇ ਰਹਿੰਦੇ ਬੰਦੇ, ਇੰਨੀ ਪ੍ਰਿਥਵੀ ਇੰਨੀ ਵੱਡੀ ਆ, ਉਹ ਸਿਰਫ ਭਾਰਤ ਦੇ ਰਹਿੰਦੇ ਬੰਦਿਆਂ ਨੂੰ ਹੀ ਗਿਆਨ ਦੇ ਰਿਹਾ ਸੀ, ਬਾਕੀ ਇਹਦਾ ਮਤਲਬ ਬਾਕੀ ਬੰਦਿਆਂ ਨੂੰ ਨਹੀਂ ਦੇ ਰਿਹਾ ਸੀ? ਆਰਯ ਸਾਮਰਾਜ්य ਫੇਰ ਆਇਆ ਵਾ, ਇਹਨੂੰ ਪਲੀਜ਼ ਇਹਨੂੰ ਰਿਮੂਵ ਕਰੋ, ਕਿਉਂਕਿ ਇਹ ਤਾਂ ਇਹਨੇ ਫਿਰ ਆਸ਼ੀਸ਼ ਜੀ, ਇਹ ਤਾਂ ਮੇਰੇ ਨਾਲ ਜੁੜਿਆ ਵੀ ਨਹੀਂ ਹੈਗਾ। ਇਹ ਇਹੋ ਜਿਹਾ ਬੰਦਾ ਤਾਂ ਮੇਰੀ ਕੋਈ ਫੇਸਬੁੱਕ ਫਰੈਂਡ ਆਈਡੀ 'ਚ ਵੀ ਨਹੀਂ ਹੈਗਾ, ਨਾ ਕਦੇ ਮੈਂ ਪਹਿਲੀ ਵਾਰ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਹੈਗਾ। ਕਿਉਂਕਿ ਇਹਨੇ ਫਿਰ ਰਿਕਾਰਡਿੰਗ ਇਹਨੇ ਬੰਦ ਕਰ ਦੇਣੀ ਆ, ਤੇ ਇਹਨੇ ਕੁਛ ਨਾ ਕੁਛ, ਤੇ ਫਿਰ ਸਾਨੂੰ ਪ੍ਰੋਬਲਮ ਆ ਰਹੀ ਹੈ। ਇਹ ਤੁਹਾਡੇ ਜਾਣਕਾਰ ਤਾਂ ਨਹੀਂ ਹੈਗਾ? ਆਰਯ ਸਾਮਰਾਜ්य ਮੇਰਾ ਕੋਈ ਵੀ ਨਹੀਂ ਹੈਗਾ ਇਹਦਾ। ਹਾਂਜੀ, ਆਰਯ ਕਈ ਹੈਗੇ ਆ, ਪਰ ਨਾਮ ਨਹੀਂ ਇਹਨੇ ਸਹੀ ਲਿਖਿਆ, ਤਾਂ ਫਿਰ ਚਲੋ ਦੈਟਸ ਫਾਈਨ। ਕਿ ਜੇ ਆਰਯ ਸਾਮਰਾਜ्य ਮੇਰੀ ਗੱਲ ਸੁਣ ਰਹੇ ਆ ਤਾਂ ਪਲੀਜ਼ ਰਿਕਾਰਡਿੰਗ ਬੰਦ ਨਾ ਕਰਿਓ,
ਕਿਉਂਕਿ ਉਹਦੇ ਕਰਕੇ ਸਾਨੂੰ ਫਿਰ ਪ੍ਰੋਬਲਮ ਹੁੰਦੀ ਆ। ਇਹਨਾਂ ਸ਼ਾਇਦ ਮੈਸੇਜ ਕੀਤਾ ਵਾ ਕੁਛ, ਅਰੇ ਗਲਤੀ ਸੇ ਹੋ ਗਈ ਭਾਈ, ਠੀਕ ਹੈ ਭਾਈ ਜੀ, ਠੀਕ ਹੈ ਠੀਕ ਹੈ, ਉਹ ਕਹਿੰਦੇ ਗਲਤੀ ਨਾਲ ਹੋ ਗਈ ਸੀ। ਤਾਂ ਇਹ ਹਾਂਜੀ ਹੈ ਚਲੋ, ਕੌਣ, ਇਹ ਬੰਦਾ ਪਤਾ ਕੌਣ ਆ, ਬੰਦਾ ਕੌਣ ਆ? ਪਤਾ ਨਹੀਂ, ਬਸ ਚਲੋ ਚਲੋ ਠੀਕ ਹੈ। ਅਸੀਂ ਆਪਣੀ ਹਾਂ ਗੱਲ ਚਲੋ, ਕੰਟੀਨਿਊ ਰੱਖਦੇ ਹਾਂ। ਹਾਂਜੀ ਸੋਰੀ, ਹਾਂਜੀ। ਤੁਹਾਡਾ ਸਵਾਲ ਕੀ ਸੀਗਾ? ਮੈਂ ਗੱਲਾਂ ਗੱਲਾਂ ਚ ਦੁਬਾਰਾ। ਮੈਂ ਦੇਖੋ ਜਿਹੜੇ ਤੁਸੀਂ ਦੱਸਿਆ ਸੀ ਵੀ ਰਿਸ਼ੀਆਂ ਨੂੰ ਐਲਾਨ ਹੋਇਆ ਈਸ਼ਵਰ ਵੱਲੋਂ। ਹਾਂਜੀ, ਕਿਹੜੀ ਥਾਂ ਤੇ ਹੋਇਆ ਤੁਸੀਂ ਕਿਹਾ? ਹਾਂਜੀ, ਕਿਹੜੀ ਜਗ੍ਹਾ ਤੇ ਨਹੀਂ, ਮੈਂ ਹੋਇਆ ਥਾਂ ਤੇ ਮੈਂ ਕਿਉਂ? ਥਾਂ ਨਹੀਂ, ਮੈਂ ਥਾਂ ਨਹੀਂ ਦੱਸ ਰਿਹਾ। ਮਤਲਬ ਦੇਖੋ ਹਜ਼ਾਰਾਂ ਸਾਲ ਲਾ ਲਓ, ਲੱਖਾਂ ਸਾਲ ਪਹਿਲਾਂ ਲਾ ਲਓ ਬਿਲਕੁਲ ਵੀ ਉਹ ਜਦੋਂ ਈਸ਼ਵਰ ਗਿਆਨ ਦੇ ਰਿਹਾ ਸੀਗਾ, ਤੇ ਉਹ ਤਾਂ ਮਤਲਬ ਈਸ਼ਵਰ ਆਪਾਂ ਕਹਿ ਸਕਦੇ ਹਾਂ ਬੜਾ ਪੱਖਪਾਤ ਹੈਗਾ ਵੀ ਸਿਰਫ ਭਾਰਤ ਦੇ ਬੰਦਿਆਂ ਨੂੰ ਗਿਆਨ ਦੇ ਰਿਹਾ, ਬਾਕੀ ਪੂਰੀ ਦੁਨੀਆ ਨੂੰ ਉਹ ਗਿਆਨ ਤੋਂ ਵਾਂਝੇ ਰੱਖ ਰਿਹਾ। ਜੀ, ਬਿਲਕੁਲ ਤੇ ਬਿਲਕੁਲ ਉਹਨੇ ਜਦੋਂ ਜੀਸਸ ਨੂੰ ਗਿਆਨ ਦੇਣਾ ਚਾਹਿਆ, ਉਹ ਅੰਗਰੇਜ਼ੀ ਦਿੱਤਾ, ਜਾਂ ਮੁਹੰਮਦ ਨੂੰ ਗਿਆਨ ਦੇਣਾ ਚਾਹਿਆ, ਉਹ ਮੁਸਲਿਮ ਜਾਂ ਅਰਬੀ ਭਾਸ਼ਾ ਦਿੱਤਾ। ਬਿਲਕੁਲ ਇਸ ਬਿਲਕੁਲ। ਤੁਸੀਂ ਮੈਂ ਹੁਣ ਮੈਂ ਇਹਦਾ ਜਵਾਬ ਦਿੰਦਾ, ਮੈਂ ਇਹਦਾ ਥਿਊਰੀ ਜਵਾਬ ਨੂੰ ਦਿੰਦਾ। ਦੱਸ ਰਹੇ? ਹਾਂਜੀ ਹਾਂਜੀ, ਇਸ ਹਾਂਜੀ, ਥਿਊਰੀ ਮੈਂ ਤੇ ਜਵਾਬ ਚਾਨਣਾ ਦਿੰਦਾ। ਪਾਓ। ਹਾਂਜੀ, ਹੁਣ ਸਭ ਤੋਂ ਪਹਿਲਾਂ ਤਾਂ ਜਿੱਦਾਂ ਆਹ ਜਿਹੜਾ ਕੁਐਸਚਨ ਹੈ, ਜੇ ਉਹਨਾਂ ਨੇ ਸਮਝ ਲਓ, ਹੁਣ ਅਸੀਂ ਮੰਨਦੇ ਹਾਂ ਕਿ ਉਹਨਾਂ ਨੇ ਜਿਹੜਾ ਭਾਰਤ ਦਾ ਏਰੀਆ ਆ, ਉਸ ਵੇਲੇ ਤਿੱਬਤ ਵੀ ਜਿਹੜਾ ਸੀਗਾ ਜਾਂ ਭਾਰਤ ਵਰਸ਼ ਸੀਗਾ ਸਾਰਾ, ਇੱਥੇ ਆ ਕੇ ਇਹਨਾਂ ਨੇ ਗਿਆਨ ਦਿੱਤਾ ਸੀਗਾ। ਜਿਹੜੇ ਇੱਥੇ ਦੇ ਸੀਗੇ ਸਾਡੇ ਰਿਸ਼ੀ ਮਹਾਰਿਸ਼ੀ। ਹੁਣ ਜੇ ਉਹਨਾਂ ਨੇ ਅਮਰੀਕਾ 'ਚ ਦਿੱਤਾ ਹੁੰਦਾ ਤਾਂ ਤੁਸੀਂ ਨੇ ਕਹਿਣਾ ਸੀਗਾ ਅਮਰੀਕਾ 'ਚ ਕਿਉਂ ਦਿੱਤਾ, ਤੇ ਜੇ ਉਹਨਾਂ ਨੇ ਪੂਰੀ ਦੁਨੀਆ ਨੂੰ ਹੀ ਦੇ ਦਿੱਤਾ ਹੁੰਦਾ ਏਦਾਂ, ਫਿਰ ਉੱਥੇ ਵੀ ਆ ਸਵਾਲ ਹੋਣਾ ਸੀਗਾ ਕਿ ਪੂਰੀ ਦੁਨੀਆ ਨੂੰ ਹੀ ਦੇ ਦਿੱਤਾ ਗਿਆਨ ਏਦਾਂ, ਕਿ ਫਿਰ ਹੁਣ ਤੱਕ ਕਿਉਂ ਨਹੀਂ ਹੈਗਾ ਸਾਰਿਆਂ ਕੋਲ? ਮਤਲਬ ਕਿ ਨਹੀਂ, ਤੁਹਾਡੇ ਮੇਰੇ ਕੋਲ ਵੀ ਫਿਰ ਮੈਂ ਸਵਾਲ ਨਹੀਂ ਈਸ਼ਵਰ ਤੋਂ ਕਰ ਰਿਹਾ। ਮੈਂ ਨਹੀਂ ਨਹੀਂ ਤੁਹਾਡੇ ਮਾਧਿਅਮ ਨਾਲ, ਆਸ਼ੀਸ਼ ਨਹੀਂ ਦੇ ਨਹੀਂ, ਮੈਂ ਮਾਧਿਅਮ ਉਹੀ ਨਾਲ ਤੁਹਾਨੂੰ ਜਵਾਬ ਦੇਣ ਦੀ ਮੈਂ ਕਰਨ ਲੱਗਾ ਆ। ਮੈਂ ਮੈਂ ਉਹੀ ਈਸ਼ਵਰ ਤੁਹਾਨੂੰ ਨੂੰ ਜਵਾਬ, ਸਮਝਣ ਦੀ ਕਿਉਂਕਿ ਕੋਸ਼ਿਸ਼ ਕਰ ਰਿਹਾ ਵੀ ਜਵਾਬ ਉਹਨੇ ਐਂ ਕਿਉਂ ਕੀਤਾ। ਬਿਲਕੁਲ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਨਾ। ਹਾਂਜੀ ਆਹ ਹਾਂਜੀ। ਜਿਹੜਾ ਸਵਾਲ ਆ, ਆਹ ਸਵਾਲ ਹੀ ਅਸੀਂ ਇਹਨੂੰ ਕਹਿੰਦੇ ਆ ਅਸ਼ੋਕ ਵਾਟਿਕਾ ਨਿਆਏ। ਅਸ਼ੋਕ ਵਾਟਿਕਾ ਨਿਆਏ ਦਾ ਮਤਲਬ ਹੈਗਾ ਸਾਡੇ ਕਿ ਜਦੋਂ ਰਾਵਣ ਮਾਤਾ ਸੀਤਾ ਨੂੰ ਲੈ ਕੇ ਗਏ ਆ, ਉਹ ਅਸ਼ੋਕ ਵਾਟਿਕਾ ਕਿਉਂ ਲੈ ਕੇ ਗਏ? ਉਹ ਕਿਤੇ ਹੋਰ ਕਿਉਂ ਨਹੀਂ ਲੈ ਗਏ? ਆਪਣੇ ਮਹਿਲ 'ਚ ਕਿਉਂ ਨਹੀਂ ਨਹੀਂ ਲੈ ਗਏ? ਇੰਨੇ ਮਹਿਲ ਸੀਗੇ ਉਹ। ਆਹ ਤਾਂ ਮਤਲਬ ਕਿ ਜਿਹੜਾ ਕੁਐਸਚਨ ਹੈਗਾ ਵਾ, ਇੱਕ ਮੈਨੂੰ ਲੱਗਦਾ ਕਿ ਐਵੇਂ ਗੱਲ ਵਧਾਉਣ ਵਾਲੀ ਆ ਕਿ ਕਈ ਕਹਿੰਦੇ ਕਿ ਸਿਰਫ 4 ਰਿਸ਼ੀਆਂ ਨੂੰ ਚੱਲ ਗਿਆ, ਚਾਹੇ ਉਹ 8 ਨੂੰ ਚੱਲ ਜਾਂਦਾ, 16 ਨੂੰ ਚੱਲ ਜਾਂਦਾ, 32 ਨੂੰ, 64 ਨੂੰ, 128 ਨੂੰ। ਨਹੀਂ, ਫਿਰ ਉਹੀ ਇਹਦਾ ਸਵਾਲ ਆਣਾ ਮਤਲਬ ਸੀ ਕਿ 128 ਨੂੰ ਕਿਉਂ ਗਿਆ? ਤੁਸੀਂ ਮੇਰੇ ਸਵਾਲ ਨੂੰ ਵੀ ਇਹ ਕਹਿੰਦੇ ਵੀ ਆਸ਼ਿਸ਼ ਜੀ ਜਾਂ ਇਹ ਕਹਿ ਰਹੇ ਵੀ ਬੇਸਲੈਸ ਸਵਾਲ ਹੈ, ਰਵਿੰਦਰ ਤੇਰਾ ਜਿਹੜਾ ਮੈਨੂੰ ਸਵਾਲ ਆ ਉਹ ਲੱਗਦਾ ਵਾ ਕਿ ਬੇਬੁਨਿਆਦ ਆ। ਬੇਸਲੈਸ, ਮੈਨੂੰ ਆਹੀ ਬੇ ਲੱਗਦਾ ਆ। ਬੇ ਪਰ ਪਰ ਹਾਂ, ਨਾ ਨਾ ਪਰ ਨਾ, ਇਹਦਾ ਮੈਂ ਠੀਕ ਹੈ। ਇੱਕ ਨਹੀਂ ਨਹੀਂ, ਇਹਦਾ ਦੇਖੋ ਮੈਂ ਇੱਕ ਮੈਂ ਜਵਾਬ ਹੋਰ ਦੇਣ ਲੱਗਾ ਹਾਂ, ਨਹੀਂ ਸੀਗਾ ਅੱਗੇ। ਬਿਲਕੁਲ ਅੱਗੇ ਤੁਸੀਂ ਮੈਂ ਬੋਲ ਤੁਹਾਡਾ, ਸਕਦੇ ਹੋ। ਹਾਂਜੀ ਮੈਂ ਤੁਹਾਡਾ, ਤੁਹਾਡੀ ਸ਼ਾਇਦ ਇਹ ਫੇਰ ਵੀਡੀਓ। ਕੌਣ ਆ ਗਿਆ? ਹੈਲੋ। ਹੈਲੋ, ਹਾਂਜੀ ਅਮਨ ਸਿੱਧੂ ਜੀ। ਹਾਂਜੀ ਹਾਂਜੀ ਵੀਰ ਜੀ, ਹਾਂਜੀ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੁਸੀਂ ਤੁਹਾਡੀ ਵੀਡੀਓ ਵੀ ਨਹੀਂ ਆ ਰਹੀ, ਤੁਸੀਂ ਹੈਲੋ। ਦੇਖਿਓ। ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਤੇ ਤੁਹਾਡੀ ਵੀਡੀਓ ਵੀ ਨਹੀਂ ਆ ਰਹੀ। ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹੈਲੋ। ਹੈਲੋ। ਰਵਿੰਦਰ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਤੇ ਨਾ ਹੀ ਤੁਹਾਡੀ ਵੀਡੀਓ ਆ ਰਹੀ ਆ। ਤੇ ਜੇ ਤੁਸੀਂ ਸੁਣ ਪਾ ਰਹੇ ਆ ਤਾਂ ਪਲੀਜ਼ ਕੰਟੀਨਿਊ ਕਰੋ। ਤੇ ਚਲੋ, ਜਦੋਂ ਤੱਕ ਰਵਿੰਦਰ ਜੀ ਨਹੀਂ ਆਉਂਦੇ ਮੈਂ ਆਪਣੀ ਗੱਲ ਕੰਟੀਨਿਊ ਰੱਖਦਾ ਵਾਂ, ਕਿਉਂਕਿ ਫਿਰ ਰਿਕਾਰਡਿੰਗ ਹੋ ਰਹੀ ਆ ਤਾਂ ਸਾਡੇ ਜਿਹੜੇ ਬਾਕੀ ਵੀ ਰਹਿ ਗਏ ਸਾਰੇ ਸੁਣ ਲੂਗੇ। ਈਸ਼ਵਰ ਨੇ ਕਿੱਥੇ ਦਿੱਤਾ ਗਿਆਨ, ਕਿਉਂ ਦਿੱਤਾ ਤੇ ਕਿਉਂ ਨਹੀਂ ਦਿੱਤਾ, ਆਹ ਚੀਜ਼ ਤਾਂ ਮੈਨੂੰ ਲੱਗਦਾ ਵਾ ਕਿ ਪ੍ਰਸੰਗਿਕ ਹੈਗੀ ਹੀ ਨਹੀਂ। ਕਿਉਂਕਿ ਮੇਨ ਤਾਂ ਗਿਆਨ ਨਾਲ ਸੀਗਾ ਨਾ, ਕਿ ਗਿਆਨ ਕੀ ਹੈਗਾ ਆ ਕੀ ਨਹੀਂ ਹੈਗਾ, ਸਾਨੂੰ ਇਸ ਚੀਜ਼ ਨਾਲ ਮਤਲਬ ਹੈਗਾ ਵਾ। ਪਰ ਗੱਲ ਹੁਣ ਇੱਥੇ ਆ ਦੁਨੀਆ ਦੀ ਹੋਰ ਕਿਸੇ ਵੀ ਭਾਸ਼ਾ ਵਿੱਚ ਇੰਨੇ ਜ਼ਿਆਦਾ ਸ਼ਬਦ ਤੇ ਪ੍ਰੋਪਰ, ਜਿੱਦਾਂ ਹੁਣ ਸਾਡੀ ਜਿਹੜੀ ਵਿਆਕਰਣ ਆ ਦੇਵਨਾਗਰੀ ਦੀ, ਜਿਹੜੀ ਸੰਸਕ੍ਰਿਤ ਦੀ ਵਿਆਕਰਣ ਹੈਗੀ ਆ, ਉਹਦੇ ਵਿੱਚ ਕਈ ਅਰਬ ਸ਼ਬਦ ਹੈਗੇ ਆ ਤੇ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ, ਜਿੱਦਾਂ ਹੁਣ ਗੋਰੇ ਆ ਜਾਂ ਚੀਨੇ ਆ ਜਾਂ ਜਾਪਾਨੀ ਹੈਗੇ ਆ, ਅੜ ਨਹੀਂ ਕਹਿ ਸਕਦੇ ਤੁਸੀਂ ਇਹਨਾਂ ਨੂੰ ਕਹੋਗੇ ਅੜ ਕਹਿ ਕੇ ਦਿਖਾਓ, ਕਹਿ ਨਹੀਂ ਸਕਦੇ। ਤੇ
जी। हाँ जी भाई जी, आप मुझको अभी पता नहीं कौन है आप, पर ये बात सही है कि आदि सृष्टि में दिया है तो जगह एक ही थी। उनका सवाल है कि सिर्फ यही जगह पे क्यों थी? तो जैसे इंसान कहीं और भी हो सकते थे, तो मतलब यही क्यों चूज किया, यही है सवाल। तो इसका मैंने जवाब दिया कि ये सवाल ही प्रासंगिक नहीं है। तो इसका आगे मैं बताने लगा था यही कि ਜਿੱਦਾਂ ਸਾਡੇ ਜਿਹੜੇ ਹੈਗੇ ਆ ਈਸ਼ਵਰ, ਉਹਨਾਂ ਨੇ ਫਿਰ ਜਿਹੜੀ ਸਾਨੂੰ ਭਾਸ਼ਾ ਦਾ ਸਾਨੂੰ ਜਿਹੜਾ ਤੋਹਫਾ ਦਿੱਤਾ ਆ ਸੰਸਕ੍ਰਿਤ, ਉਹਦੇ ਵਿੱਚ ਤਿੱਬਤ में मनुष्य उत्पत्ति हुई। ਹਾਂਜੀ ਹਾਂਜੀ, ਤਿੱਬਤ में हुई थी भाई जी। ਤਾਂ ਜਿਹੜੀ ਆਹ ਭਾਸ਼ਾ ਆ ਸੰਸਕ੍ਰਿਤ ਆ, ਜਿਹਦੇ ਵਿੱਚੋਂ ਬਾਕੀ ਭਾਸ਼ਾਵਾਂ ਨਿਕਲੀਆਂ ਵਾ, ਕਿਉਂਕਿ ਆ ਹੀ ਇੱਕ ਮਦਰ ਹੈਗੀ ਹੈ ਸਾਰਿਆਂ ਦੀ। ਇਹਦੇ ਵਿੱਚ ਹੀ ਹਰ ਤਰ੍ਹਾਂ ਦਾ ਇੱਕ ਅੱਖਰ, ਆਵਾਜ਼ ਨਿਕਲਦੀ ਆ। ਤੁਸੀਂ ਕੁਛ ਵੀ ਏਦਾਂ ਦੀ ਆਵਾਜ਼ ਬਣਾਉਣੀ ਹੋਊਗੀ, ਇਹਦੇ ਚੋਂ ਨਿਕਲ ਸਕਦੀ ਆ। ਤਾਂ ਆਹੀ ਮੇਰਾ ਇੱਕ ਜਵਾਬ ਸੀਗਾ, ਪਰ ਹੁਣ ਜਾ ਚੁੱਕੇ ਆ ਵਿੱਚੋਂ ਦੀ ਰਿਕਾਰਡਿੰਗ ਦੇ। ਮੇਰੇ ਖਿਆਲ ਤੋਂ ਅੱਜ ਦੀ ਫਿਰ ਸ਼ਾਇਦ ਇੰਨੀ ਕੀ ਆ ਗੱਲ ਆਪਣੀ ਹੋਣੀ ਸੀਗੀ। ਰਵਿੰਦਰ ਜੀ ਵਿੱਚ ਨਹੀਂ ਹੈਗੇ। ਅਸੀਂ 2-3 ਮਿੰਟ ਹੋਰ ਵੇਟ ਕਰਾਂਗੇ ਤੇ 2-3 ਮਿੰਟ ਬਾਅਦ ਫਿਰ ਅਸੀਂ, ਜੇ ਨਾ ਆਏ ਤਾਂ ਫਿਰ ਬੰਦ ਕਰ ਦਾਂਗੇ। ਤੇ ਇਹਨਾਂ ਨੇ ਹੁਣ ਜਿਹੜੇ ਸਵਾਲ ਜ਼ਿਆਦਾਤਰ ਕੀਤੇ ਸੀਗੇ, ਉਹ ਮੈਨੂੰ ਲੱਗਦਾ ਵਾ ਕਿ ਟੌਪਿਕ ਤੋਂ ਥੋੜਾ ਦੂਰ ਸੀਗੇ। ਆ ਜਾਣਨਾ ਤਾਂ ਬਹੁਤ ਕੁਝ ਚਾਹੁੰਦੇ ਆ ਕਿ ਆਹ ਕਿੱਦਾਂ ਉਹ ਕਿੱਦਾਂ, ਜਿੱਦਾਂ ਸਵਾਲਾਂ 'ਚ ਉਲਝਾਉਣਾ ਹੁੰਦਾ ਵਾ। ਪਰ ਜਦੋਂ ਅਸੀਂ ਡਿਬੇਟ ਕਰਦੇ ਹਾਂ, ਜਿਹੜੇ ਟੌਪਿਕ ਆਏ ਤਾਂ ਹੀ 2 ਟੌਪਿਕ ਹੀ ਅਸੀਂ ਚੂਜ਼ ਕੀਤੇ ਸੀਗੇ ਕਿ ਅਸੀਂ ਉਹਨਾਂ ਤੇ ਸਟਿਕ ਰਵਾਂਗੇ। ਹੁਣ ਪਹਿਲੇ ਤਾਂ ਉਹਨਾਂ ਨੇ ਪੁੱਛਿਆ ਸੀਗਾ ਕਿ ਈਸ਼ਵਰ ਦੀ ਸੰਧੀ ਵਿਛੇਦ ਕਰੋ। ਹੁਣ ਜਾਂ ਤਾਂ ਹੁੰਦਾ ਕਿ ਮੈਨੂੰ ਪਹਿਲੇ ਹੀ ਇਹਨਾਂ ਨੇ ਦੱਸਿਆ ਹੁੰਦਾ ਕਿ ਜੀ ਅਸੀਂ ਈਸ਼ਵਰ ਦੇ ਟੌਪਿਕ ਤੇ ਗੱਲ ਕਰਨੀ ਆ, ਕਿ ਈਸ਼ਵਰ ਕੌਣ ਆ, ਕਿੱਦਾਂ ਆ, ਈਸ਼ਵਰ ਸ਼ਬਦ ਕਿੱਥੋਂ ਦੀ ਆਇਆ, ਤੇ ਆਹ ਸਾਰੀਆਂ ਚੀਜ਼ਾਂ ਫਿਰ ਬੰਦਾ ਤਦ ਕਵਰ ਕਰਦਾ ਵਾ। ਮੈਂ ਕਿਉਂ ਵਿਆਕਰਣ ਦਾ ਸਟੂਡੈਂਟ ਤਾਂ ਹੈਗਾ ਨਹੀਂ। ਹੁਣ ਕਈ ਲੋਕ ਹੁੰਦੇ ਜਿੱਦਾਂ ਹਿੰਦੀ, ਪੰਜਾਬੀ, ਸੰਸਕ੍ਰਿਤ ਵਿੱਚ PhD ਕੀਤੀ ਹੁੰਦੀ ਆ, ਉਹਨਾਂ ਨੂੰ ਉੱਥੇ ਵਿਆਕਰਣ ਪਤਾ ਹੁੰਦੀ ਸਾਰੀ। ਤੁਸੀਂ ਮੈਨੂੰ ਹੁਣ ਹਿੰਦੀ ਦੀ ਵੀ ਚਾਹੇ ਇੰਗਲਿਸ਼ ਦੀ ਵੀ ਵਿਆਕਰਣ ਪੁੱਛ ਲਓਗੇ, ਮੈਨੂੰ ਨਹੀਂ ਪਤਾ ਹੋਊਗੀ, ਕਿਉਂਕਿ ਮੈਂ ਉਸ ਚੀਜ਼ ਦਾ ਵਿਦਿਆਰਥੀ ਨਹੀਂ ਹੈਗਾ। ਮੈਂ ਤਾਂ ਵਿਦਿਆਰਥੀ ਹੈਗਾ ਵਾ ਸਿਰਫ ਆਪਣੇ ਲੋਹ ਦਾ, ਪਰ ਬਾਕੀ ਚੀਜ਼ਾਂ ਮੈਨੂੰ ਨੋਰਮਲ ਆਉਂਦੀਆਂ ਆ ਕਿ ਮੈਂ ਪੜ੍ਹਦਾ ਆ ਤਾਂ ਕਰਕੇ। ਪਰ ਹੁਣ ਅਗਲਾ ਇਹਨਾਂ ਨੇ ਸਵਾਲ ਪੁੱਛਤਾ ਕਿ ਜੀ ਆਵਾਜ਼ ਕਿੱਦਾਂ ਆਈ, ਭਾਸ਼ਾ ਕਿੱਦਾਂ ਆਈ, ਵਿਚਾਰ ਕਿੱਦਾਂ ਆਏ। ਹੁਣ ਇਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੀ ਵਿਚਾਰ ਹੈਗੇ ਆ ਉਹ ਸਿਰਫ ਭਾਸ਼ਾ ਨਾਲ ਹੀ ਹੁੰਦੇ ਆ, ਪਰ ਆਹ ਜ਼ਰੂਰੀ ਨਹੀਂ ਹੈਗਾ, ਕਿਉਂਕਿ ਜਿਹਨਾਂ ਨੂੰ ਭਾਸ਼ਾ ਨਹੀਂ ਵੀ ਹੁੰਦੀ, ਵਿਚਾਰ ਉਹਨਾਂ 'ਚ ਵੀ ਹੁੰਦੇ ਆ। ਜਿੱਦਾਂ ਮੈਂ ਐਗਜ਼ਾਮਪਲ ਦਿੱਤਾ ਸੀਗਾ ਕਿ ਜਿਹੜਾ ਬਚਪਨ ਤੋਂ ਹੀ, ਜਨਮ ਤੋਂ ਬਹਿਰਾ ਤੇ ਗੂੰਗਾ ਹੋਊਗਾ, ਆਟੋਮੈਟਿਕਲੀ ਬਹਿਰਾ ਹੋਊਗਾ, ਆਟੋਮੈਟਿਕਲੀ ਗੂੰਗਾ ਹੋਊਗਾ, ਕਿਉਂਕਿ ਉਹਨੂੰ ਸ਼ਬਦ ਹੀ ਨਹੀਂ ਹੁੰਦੇ, ਪਰ ਉਹ ਸੋਚਦਾ ਜ਼ਰੂਰ ਆ, ਉਹਦੇ 'ਚ ਆਪਣੇ ਇੱਕ ਵਿਚਾਰ ਜ਼ਰੂਰ ਹੈਗੇ ਆ। ਤੇ ਉਹ ਤੋਂ ਬਾਅਦ ਇਹਨਾਂ ਨੇ ਹੁਣ ਕਿਹਾ ਸੀਗਾ ਕਿ ਜਿਹੜਾ ਈਸ਼ਵਰ ਹੈ ਉਹਨੇ ਡਿਸਕ੍ਰਿਮੀਨੇਸ਼ਨ ਕਿੱਦਾਂ ਕੀਤੀ। ਉਹ ਨਹੀਂ ਕਰਨੀ ਚਾਹੀਦੀ ਸੀਗੀ, ਉਹਦੇ ਲਈ ਸਾਰੇ ਇੱਕ ਆ, ਤੇ ਉਹਨੇ ਸਿਰਫ ਜਿਹੜਾ ਭਾਰਤ ਦਾ ਭੂਖੰਡ ਹੈਗਾ ਆ, ਜਾਂ ਅਸੀਂ ਜਦ ਤਿੱਬਤ ਕਹਿੰਦੇ ਆ, ਉਸ ਵੇਲੇ ਮੈਨੂੰ ਲੱਗਦਾ ਸ਼ਾਇਦ ਇੱਕ ਹੀ ਜਿੱਦਾਂ ਇਕੱਠਾ ਹੋਊਗਾ, ਕਿਉਂਕਿ ਆਪਣਾ ਭਾਰਤ ਵੀ ਛੋਟਾ ਨਹੀਂ ਸੀਗਾ, ਤਿੱਬਤ ਵੀ ਬਹੁਤੀ ਦੂਰ ਨਹੀਂ ਹੈਗਾ। ਤੇ ਇਹਦੇ ਭੂਖੰਡ ਤੇ ਹੀ ਕਿਉਂ ਮਿਲਿਆ ਜਿਹੜਾ ਗਿਆਨ ਸੀਗਾ। ਹੁਣ ਆਹ ਮੈਨੂੰ ਲੱਗਦਾ ਸੀਗਾ ਕਿ ਪ੍ਰਸੰਗਿਕ ਨਹੀਂ ਹੈਗਾ ਕੁਐਸਚਨ, ਕਿਉਂਕਿ ਤਾਂ ਏਦਾਂ ਹੀ ਕਹਿ ਸਕਦੇ ਆ ਕਿ ਜੀ ਜੇ ਅਸੀਂ ਕਹਿ ਦਈਏ ਕਿ ਮੈਂ ਇੰਗਲੈਂਡ ਆਇਆ ਵਾ ਤਾਂ ਅਮਰੀਕਾ ਕਿਉਂ ਨਹੀਂ ਚੱਲ ਗਿਆ, ਅਮਰੀਕਾ 'ਚ ਜ਼ਿਆਦਾ ਕੰਮ ਆ, ਤੂੰ ਕੈਨੇਡਾ ਕਿਉਂ ਨਹੀਂ ਚੱਲ ਗਿਆ, ਉੱਥੇ ਬਰਫ਼ ਜ਼ਿਆਦਾ ਪੈਂਦੀ ਆ। ਉਹ ਮਤਲਬ ਕਿ ਹੁਣ ਜੇ ਮੈਂ ਇੱਥੇ ਆਇਆ ਤਾਂ ਇੱਥੇ ਆਇਆ ਵਾਂ, ਕਿ ਉਹ ਹੁਣ ਉਸ ਚੀਜ਼ ਦਾ ਤਾਂ ਕੁਛ ਅਸੀਂ ਕਹਿ ਨਹੀਂ ਸਕਦੇ ਕਿ ਈਸ਼ਵਰ ਨੇ ਗਿਆਨ ਦਿੱਤਾ, ਜਿਹੜਾ ਉਹ ਗਿਆਨ ਅੱਗੇ ਸਾਡੇ ਕੋਲ ਪਹੁੰਚਿਆ ਵਾ। ਤੇ ਇਸ ਤੋਂ ਬਾਅਦ ਹੁਣ ਮੇਰੇ ਸਵਾਲ ਸ਼ੁਰੂ ਹੋਣੇ ਸੀਗੇ, ਪਰ ਰਵਿੰਦਰ ਜੀ ਚੱਲ ਗਏ ਆ, ਤੇ ਹੋਪਫੁਲੀ ਉਹ ਅਗਲੀ ਵਾਰ ਜਵਾਬ ਦਊਗੇ ਗੱਲਾਂ ਦਾ। ਤੇ ਹੁਣ ਲਈ ਮੈਂ ਇਜਾਜ਼ਤ ਮੰਗਦਾ ਸਾਰਿਆਂ ਤੋਂ। ਸਾਰੇ ਮੇਰੇ ਵੀਰ ਜਿਹੜੇ ਆਪਣੇ ਕੁਐਸਚਨ ਆਨਸਰ ਹੋਊਗੇ ਜ਼ਰੂਰ ਦੱਸਿਓ ਮੈਨੂੰ, ਤੇ ਅਸੀਂ ਜ਼ਰੂਰ ਉਸ ਤੇ ਗੱਲ ਕਰਾਂਗੇ। ਤੇ ਰਵਿੰਦਰ ਜੀ ਨਹੀਂ ਆਏ ਹੁਣ, ਉਹਨਾਂ ਦਾ ਸ਼ਾਇਦ ਨੈਟਵਰਕ ਘੱਟ ਸੀਗਾ ਜਾਂ ਕੁਛ ਵੀ ਪ੍ਰੋਬਲਮ ਹੋ ਸਕਦੀ ਆ, ਤੇ ਅਗਲੀ ਵਾਰ ਸ਼ਾਇਦ ਸਾਡੇ ਨਾਲ ਜਲਦੀ ਜ਼ਰੂਰ ਜੁੜੂਗੇ। ਤੇ ਹੁਣ ਲਈ ਮੈਨੂੰ ਆਗਿਆ ਦੇਵੋ। ਜੈ ਸ਼੍ਰੀ ਰਾਮ, ਜੈ ਹਿੰਦ।